Praise the Lord, da Yusuf से अल्लाह की शुक्र है कि आज फिर पाक पवित्र ਤੁਹਾਡੇ ਸਾਰਿਆਂ ਦੇ ਸਾਹਮਣੇ ਰੂਬਰੂ ਹਾਜ਼ਰ ਹੋ ਗਈਆਂ ਉਹਦਾ ਵਚਨ ਲੈ ਕੇ ਜੈਨਸਿਸ ਤੇ ਮੈਥਿਊ ਬਾਈਬਲ ਸਟੱਡੀ ਦਾ ਅਸੀਂ 10ਵਾਂ ਜਿਹੜਾ ਹੈ ਸੈਸ਼ਨ ਰਿਕਾਰਡ ਕਰਨ ਲੱਗੇ ਉਹਦੀ ਧੰਨਵਾਦ ਸਹਿਤ ਉਹਦੀ ਸ਼ੁਕਰਾਨੇ ਦਾ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਜ਼ਿਕਰ ਕਰਨਾ ਨਹੀਂ ਭੁੱਲ ਸਕਦੇ ਕਿਉਂਕਿ ਉਹਦੀ ਮਰਜ਼ੀ ਤੋਂ ਬਗੈਰ ਅਸੀਂ ਸਾਹ ਵੀ ਨਹੀਂ ਲੈ ਸਕਦੇ ਤੇ ਸ਼ੁਰੂ ਕਰਦੇ ਹਾਂ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਦਾਵਨ ਯਿਸੂ ਮਸੀਹ ਦੀ ਪਾਕ ਪਵਿੱਤਰ ਹਜ਼ੂਰ ਦੇ ਵਿੱਚ ਆਪਣੇ ਆਪ ਨੂੰ ਜੋੜ ਕੇ ਬੈਠ ਗਏ ਹੋ ਤੇ ਤਾਂ ਕਿ ਅਸੀਂ ਇਸ ਜਿਹੜਾ ਚੈਪਟਰ ਹੈ 10ਵਾਂ ਇਹਦੇ ਨਾਲ ਆਨੰਦਿਤ ਹੋ ਸਕੀ ਤੇ ਆਪਣਾ ਰੋਜ਼ ਦਾ ਮੰਨਾ ਜਿਹੜਾ ਉਹ ਖਾ ਸਕੇ ਧਰਤੀ ਦੇ ਮੁੱਢ ਵਸਾਇਆ ਜਾਣਾ ਜੈਨੇਸਿਸ ਪਦਾਇਸ਼ 10 ਇਹ ਉਹਦੇ ਪੁੱਤਰ ਸ਼ੇਮ ਹਾਮ ਯਾਫਤ ਦੀਆਂ ਕੁੱਲ ਪਤਰੀਆਂ ਹਨ ਤੇ ਪਰਲੋਂ ਦੇ ਪਿੱਛੋਂ ਉਹਨਾਂ ਦੇ ਪੁੱਤਰ ਜਨਮੇ याफत दे पुत्र गोमर और मगोग और मदई और यावान और तबुल तुबल मश्क और तिरासन गोमर दे पुत्र अशकनस और रिफत तोगरमा दे जवान दे पुत्र अलिसा तर्शीश कितीम और दुदामिन दुदानिम इन्हां तो कौमां दे टापू उन्हां देशां दे घराणियां विच हर एक की बोली उन्होंने घराने के अनुसार वंडी गई हाम के पुत्र कूश और मिस्राइम और पूट और कनान सन कूश के पुत्र सबा और हविला और सबता रमा और सप्तका सन रमा के पुत्र सबा ददान सन कूश तो निमरोध जन्मया धरती ते एक सूरबीर होने लग्या वो बढ़ेगी कि बलवंत शिकारी इसलिए कहा जाता है कि निमरोध वर्गा जो अगे बलवंत शिकारी उसी बादशाही का आरंभ बाबल अरिक और अकद और कलने शिनार देश में होया उस देश तो अशूर निकलिया उसने निनवा और रहो बोत ईर और काला बनाया निनवा और काला के विचकार रसन ਜਿਹੜਾ ਵੱਡਾ ਸ਼ਹਿਰ ਹੈ ਬਣਾਇਆ ਮਿਸਰਾਇਮ ਤੋਂ ਲੂਦੀ और अनामी और लहावी और नफ्तुही पत्सुही और कुसलुही जिन्हों तो फिलिस्तीन निकले थे कफ्तोरी जन्मे कनान तो सिदो उन्होंने प्लॉट है और हीत जन्मे जबूसी और अमोरी और गिरगाशी और हिवी और अर्की और सेनी और अरवादी और समारी और हमाथी ते इस तो पिछों कनानियों के घराने खिंड गए ਤੇ ਕਨਾਨੀਆਂ ਦੀ ਹੱਦ ਸਿਦੋਨ ਤੋਂ ਗਰਾਰ ਨੂੰ ਜਾਂਦੇ ਹੋਏ ਅਜ਼ਾ ਤਾਈਂ ਸੀ ਸਦੋਮ ਔਰ ਅਮੁਰਾ ਔਰ ਅਦਮਾ ਔਰ ਸਬੋਇਮ ਨੂੰ ਜਾਂਦੇ ਹੋਏ ਲਾਸ਼ਾ ਤਾਈਂ ਸੀ ਇਹ ਹਾਮ ਦੇ ਪੁੱਤਰ ਉਹਨਾਂ ਦੇ ਘਰਾਣੇ ਔਰ ਉਹਨਾਂ ਦੀ ਬੋਲੀਆਂ ਅਨੁਸਾਰ ਉਹਨਾਂ ਦੇ ਦੇਸ਼ਾਂ ਔਰ ਕੌਮਾਂ ਵਿੱਚ ਹਨ ਸ਼ੇਮ ਦੇ ਵੀ ਜਿਹੜਾ ਏਬਰ ਦੇ ਸਾਰੇ ਪੁੱਤਰਾਂ ਦਾ ਪਿਤਾ ਔਰ ਯਾਫਤ ਦਾ ਵੱਡਾ ਭਰਾ ਸੀ ਪੁੱਤਰ ਜਨਮੇ शेम के पुत्र इलाम और अशूर शेम के पुत्र अलाम और अशूर और अर्पक्षद अर्पकश्त और लूद और अराम सन अराम के पुत्र ऊस और हूल और गथर और मश सन अर्पकश्त तो शाला अते शाला तो एबर दे दो पुत्र जन्मे एक दा नाम पलक सी क्योंकि ਉਹਦੇ ਦਿਨਾਂ ਵਿੱਚ ਧਰਤੀ ਵੰਡੀ ਔਰ ਉਸਦੇ ਭਰਾ ਦਾ ਨਾਮ ਯਕਟਾਨ ਸੀ ਔਰ ਯਕਟਾਨ ਤੋਂ ਅਲਮੁਦਾਦ ਔਰ ਸਾਲਫ ਔਰ ਹਸਰਮਾਵਤ और यारा और हदराम और उजाल और इकला और उबाल और अबीमाइल और शबा और ओफिर और हविला और युबाब जन्मे ये सब यकटान के पुत्र सन उन्हों का वास मेशो तो जाते हुए सफार देखा है जो पूर्व के पहाड़ है शेम के पुत्र हैं उन्होंने घराने और बोलियां अनुसार इन्हों के देशों में उन्होंने कौमां के अनुसार ये नूह के पुत्र ते घराने हैं उन्होंने पीढ़ियां के अनुसार ते उन्होंने कौमां में इन्हों तो धरती उत्ते पौड़ियों उनके पिछों कौमां खिंड पुंड गई हैं इंटरेस्टिंगली असी इस सारी की जिहड़ी है ना जीनियोलॉजी देखी है ना सो कई बार की हुंदा अक्सर क्योंकि मैं भी ऑब्वियसली छोटे हुंदे तो वड्डी हुई हां
ਕਿਉਂਕਿ ਜਦੋਂ ਸਾਨੂੰ ਨਾਮਾਂ ਦੇ ਬਾਰੇ 'ਚ ਜਾਣਕਾਰੀ ਦਿੱਤੀ ਜਾਂਦੀ ਸੀ ਨਾ ਕਿ ਇਹ ਨਾਮ ਇਹ ਆ ਇਹ ਆ, ਤੇ ਅਸੀਂ ਸਾਰੇ ਬੜਾ ਬੋਰੀਅਤ ਮਹਿਸੂਸ ਕਰਦੇ ਹੁੰਦੇ ਸੀ, ਤੁਸੀਂ ਵੀ ਸ਼ਾਇਦ ਕਰਦੇ ਹੋਗੇ। ਪਰ ਅਗਰ ਅਸੀਂ ਨਾਮਾਂ ਨੂੰ ਨਾ ਪੜ੍ਹੀਏ ਤੇ ਸਾਨੂੰ ਬਿਲਕੁਲ ਇਹ ਪਤਾ ਨਹੀਂ ਲੱਗਦਾ ਕਿ ਜੀਨੀਓਲੋਜੀ ਜਿਹੜੀ ਉਹ ਕਿੱਥੋਂ ਆਈ ਹੈ ਤੇ ਉਹਨਾਂ ਦੇ ਕਿਸ ਤਰ੍ਹਾਂ ਦੇ ਮਤਲਬ ਕੰਮਕਾਰਾਂ ਦੇ ਨਾਲ ਉਹਨਾਂ ਦੇ ਨਾਮਾਂ ਦਾ ਵੀ ਕਈ ਵਾਰੀ ਕਾਫੀ ਅਸਰ ਜਿਹੜਾ ਨਾ ਉਹਨਾਂ ਦੀ ਸੋਚ ਉੱਤੇ ਰਹਿ ਜਾਂਦਾ ਸੀ। ਇਸ ਕਰਕੇ ਨਾਮਾਂ ਦਾ ਪੜ੍ਹਨਾ ਜ਼ਰੂਰ ਜ਼ਰੂਰੀ ਹੁੰਦਾ, ਇਹਨੂੰ ਇਗਨੋਰ ਕਰਨਾ ਜ਼ਰੂਰੀ ਨਹੀਂ ਹੁੰਦਾ। ਅਸੀਂ ਨਾ ਵੀ ਲਾਈਕ ਕਰੀਏ ਤੇ ਸਾਨੂੰ ਮਿਰਚ ਅਸੀਂ ਕੁਛ ਲੋਕੀ ਉਹ ਜ਼ਿਆਦਾ ਨਹੀਂ ਪਸੰਦ ਕਰਦੇ, ਪਰ ਥੋੜੀ ਜਿਹੀ ਉਹਦੀ ਵਰਤੋਂ ਫਿਰ ਵੀ ਸਾਰਿਆਂ ਨੂੰ ਕਰਕੇ ਟੇਸਟ ਦਾ ਜਿਹੜਾ ਨਾ ਉਹ ਨਾਲੇ ਹੈਲਥ ਲਈ ਵੀ ਇੱਕ ਹੈਲਥ ਵਿਭਾਗ ਵਾਲੇ ਦਾ ਸਰਵਿਸ ਹੈ ਕਿ ਜਿਹੜੇ ਮਿਰਚ ਮਤਲਬ ਲਾਲ ਮਿਰਚ ਏਦਾਂ ਨਹੀਂ ਜਿਹੜੀਆਂ ਹੁੰਦੀਆਂ ਆ ਫਲੇਕ ਵਾਲੀਆਂ ਜ਼ਿਆਦਾ ਸਾਰੀਆਂ ਉਹ ਨਹੀਂ, ਪਰ ਜਿਹੜੀ ਗ੍ਰੀਨ ਹਰੀ ਮਿਰਚ ਹੈ ਨਾ ਉਹਦੀ ਵਰਤੋਂ ਕਰਨਾ, ਉਹਦੇ ਵਿੱਚ ਕਾਫੀ ਤਾਦਾਦ ਤੱਕ ਆਇਰਨ ਪਾਇਆ ਗਿਆ ਹੈ, ਉਹਦੇ ਵਿੱਚ ਵਿਟਾਮਿਨ ਸੀ ਦੀ ਥੋੜੀ ਵਰਤੋਂ ਹੈਗੀ। ਸੋ ਕਈ ਚੀਜ਼ਾਂ ਦੇ ਸਾਨੂੰ ਉਹਨਾਂ ਚੋਂ ਹੋਰ ਨਵੇਂ ਨਾਂ ਲੱਭਦੇ ਜਦੋਂ ਤੁਹਾਨੂੰ ਪਤਾ ਲੱਗਦਾ ਘਰ 'ਚ ਕੋਈ ਬੱਚਾ ਜਨਮਦਾ ਤੇ ਅਸੀਂ ਉਹਨਾਂ ਦੇ ਨਾਂ ਦੀ ਭਾਲ ਕਰਦੇ ਹਾਂ। ਕਈ ਵਾਰੀ ਅਸੀਂ ਉਹਦੀ ਜੀਨੀਓਲੋਜੀ ਵਿੱਚ ਜਾ ਕੇ ਉਹਦਾ ਕਿਰਦਾਰ ਦੇਖਣਾ ਬਣਦਾ। ਕਈ ਲੋਕੀ ਦੇਖਦੇ ਨਹੀਂ, ਸਿਰਫ ਇਹ ਸੋਚ ਕੇ ਨਾਂ ਰੱਖ ਲੈਂਦੇ ਕਿ ਬਾਈਬਲ ਵਿੱਚੋਂ ਆ ਜੀ, ਪਰ ਇਹ ਬਿਲਕੁਲ ਨਹੀਂ ਦੇਖਦੇ ਕਿ ਹੁਣ ਨਮਰੂਦ ਦੇ ਬਾਰੇ 'ਚ ਅਸੀਂ ਪੜ੍ਹਿਆ ਗਾ, ਅਸੀਂ ਸਿੱਖਣਾ ਵੀ ਹੈ। ਇਸ ਤਰ੍ਹਾਂ ਹਨੋਕ ਦੇ ਬਾਰੇ 'ਚ ਅਸੀਂ ਪੜ੍ਹਿਆ ਗਾ, ਅਸੀਂ ਸਿੱਖਣਾ ਵੀ ਹੈ। ਮਤਲਬ ਸਾਨੂੰ ਇਹ ਪਤਾ ਹੋਣਾ ਬਹੁਤ ਜ਼ਰੂਰੀ ਹੈ ਕਿ ਇਹ ਜਿਹੜਾ ਨਾਂ ਆ ਇਹਨੇ ਕਿਸ ਤਰ੍ਹਾਂ ਦੀ ਜਿਹੜੀ ਹਿਸਟਰੀ ਆ ਤੇ ਕਿਸ ਤਰ੍ਹਾਂ ਦੀ ਡਿਸਿਪਲਿਨ ਤੇ ਕਿਸ ਤਰ੍ਹਾਂ ਦੀ ਡਾਕਟਰ ਜਿਹੜੀ ਹੈ ਨਾ ਉਹ ਡਾਕਟਰ ਉਹ ਕੈਰੀ ਕੀਤੀ ਆ ਨਾ, ਤੇ ਇਹ ਕਿੰਨਾ ਖੁਦਾ ਦੇ ਨਾਲ ਸੀ, ਕਿੰਨਾ ਖੁਦਾ ਦੇ ਬਖਸ਼ੀ। ਸਭ ਤੋਂ ਪਹਿਲਾਂ ਅਸੀਂ ਕਾਇਨ ਤੇ ਹਾਬਲ ਤੋਂ ਐਗਜ਼ਾਮਪਲ ਲਾ ਲੈਂਦੇ ਹਾਂ। ਹੁਣ ਕਈ ਲੋਕਾਂ ਨੇ ਆਪਣੇ ਬੱਚਿਆਂ ਦੇ ਨਾਲ ਕੇਨ ਵੀ ਰੱਖੇ ਹੋਏ ਆ, ਕਈਆਂ ਨੇ ਹਾਬਲ ਵੀ ਰੱਖੇ, ਪਰ ਉਹਨਾਂ ਨੂੰ ਪਤਾ ਹੋਣਾ ਜ਼ਰੂਰੀ ਹੈ ਕਿ ਮਤਲਬ ਉਹਨਾਂ ਦੇ ਵਿੱਚ ਜੋ ਕੁਛ ਹੋਇਆ ਇਟਸ ਰੀਲੀ 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 ਇੰਪੋਰਟੈਂਟ ਕਿ ਤੁਸੀਂ ਤੁਹਾਨੂੰ ਨਾਂ ਦਾ ਤੇ ਜਿਹੜੀ ਜੀਨੀਓਲੋਜੀ ਦੇ ਮੁਤਾਬਿਕ ਪਤਾ ਹੋਵੇ। ਹਾਂਜੀ, ਅਸੀਂ ਦੇਖਿਆ ਕਿ ਇਹ ਜੀਨੀਓਲੋਜੀ ਜਿਹੜੀ ਇਹ ਮਤਲਬ ਨੋਆ ਦੇ ਪੁੱਤਰਾਂ ਦੀ ਸੀ। ਇਸ ਚੈਪਟਰ ਦੇ ਵਿੱਚ ਅਸੀਂ ਮਤਲਬ ਸ਼ੁਰੂ ਤੋਂ ਹੀ ਨੋਆ ਤੇ ਉਹਦੇ ਬੱਚੇ ਜਿਹੜੇ ਸ਼ੇਮ, ਹਾਮ ਤੇ ਯਾਫਤ ਦੇ ਬਾਰੇ ਸਿੱਖਦੇ ਹਾਂ। ਤੇ ਦੂਸਰਾ ਜਿਹੜਾ ਇਹਦੀ ਦੂਜੇ ਜਿਹੜੀ ਹੈਗੀ ਆ ਆਇਤ ਉਹਦੇ 5ਵੇਂ ਹਿੱਸੇ ਤੱਕ ਅਸੀਂ ਦੇਖਦੇ ਹਾਂ ਕਿ ਕਿੱਦਾਂ ਉਹਨਾਂ ਦੀ ਟ੍ਰੈਡੀਸ਼ਨ ਮਤਲਬ ਉਹਨਾਂ ਦੀ ਕਲਚਰਲ ਜਿਹੜੀ ਰੀਤ ਹੈ ਉਹ ਗਾਂਹ ਗਈ ਆ, ਗਾਂਹ ਤੁਰੀ ਆ, ਤੇ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਐਂਸੈਸਟਰਸ ਭਾਵ ਉਹਨਾਂ ਦੇ ਘਰਾਣਾ ਪਿੱਛੇ ਤੇ ਕਿੱਥੇ ਕਿੱਥੇ ਫੈਲਿਆ ਨਾ। ਇਹ ਐਕਚੁਅਲੀ ਯੂਰਪ ਦੇ ਜਾਫਤ ਦੇ ਜਿਹੜੇ ਬੱਚੇ ਆ ਨਾ ਉਹ ਯੂਰਪ ਤੇ ਜਿਹੜੀਆਂ ਕੁਝ ਏਸ਼ੀਅਨ ਸਬ ਕੰਟੀਨੈਂਟ ਜਿਹਨਾਂ 'ਚ ਆਪਾਂ ਵੀ ਮਤਲਬ ਇਹਨਾਂ ਦੇ ਵਿੱਚ ਏਸ਼ੀਆ ਦੇ ਹਿੱਸੇ ਆਉਂਦੇ ਆ, ਸ਼੍ਰੀਲੰਕਾ ਹੋ ਗਿਆ, ਨੇਪਾਲ ਹੋ ਗਿਆ, obviously ਪਾਕਿਸਤਾਨ, ਇੰਡੀਆ, ਮਤਲਬ ਉਹ ਏਸ਼ੀਅਨ ਸਬ ਕੰਟੀਨੈਂਟਸ, ਚਾਈਨਾ, ਇਹ ਵੀ ਉਹਦੇ 'ਚ ਆਉਂਦੇ ਆ। ਤੇ ਇਸ ਤੋਂ ਅੱਗੇ ਅਸੀਂ ਦੇਖਦੇ ਹਾਂ ਹਾਮ ਦੇ ਪੁੱਤਰਾਂ ਦੇ ਬਾਰੇ 'ਚ ਉਹਦੇ ਜਿਹੜੇ ਬੱਚੇ ਘਰਾਣੇ ਜਿਹੜੀ ਉਹਨਾਂ ਦੀ ਜੀਨੀਓਲੋਜੀ ਉਹ ਜਾਂਦੀ ਹੈਗੀ ਅਫਰੀਕਾ ਦੇ ਏਰੀਆ ਦੇ ਵਿੱਚ, ਮਿਡਲ ਈਸਟ ਦੇ ਏਰੀਆ 'ਚ ਜਾਂਦੇ ਆ। ਉਹਨਾਂ ਦੇ ਵਿੱਚ ਕਿਉਂ ਵੰਡ ਹੋ ਗਿਆ ਨਾ, ਆਪਾਂ ਅੱਗੇ ਜਾ ਕੇ ਇਹ ਵੀ ਦੇਖਣਾ ਕਿ ਕਦੋਂ ਵੰਡ ਗਿਆ, ਪਰ ਇਹ ਇਸ ਪਾਸੇ ਚਲੇਗੀ ਇਹਨਾਂ ਦੀ ਜੀਨੀਓਲੋਜੀ ਜਿਹੜੀ ਹੈ ਨਾ। ਉਹਨਾਂ ਦੇ ਜਿਹੜੇ ਹਾਮ ਦੇ ਪੁੱਤਰ ਉਹ ਸੈਟਲਡ ਹੋਏ ਜਾ ਕੇ ਅਫਰੀਕਾ ਦੇ ਵਿੱਚ ਤੇ ਮਤਲਬ ਮਿਡਲ ਈਸਟ ਦੇ ਇਲਾਕਿਆਂ ਦੇ ਵਿੱਚ, ਤੇ ਉਹਨਾਂ ਦੇ ਜਿਹੜੇ ਵੱਡੇ ਵਡੇਰੇ ਆ ਉਹ ਉੱਥੋਂ ਦੇ ਐਂਸੈਸਟਰਸ ਮਤਲਬ ਉੱਥੋਂ ਦੇ ਉਹਨਾਂ ਦੇ ਬਣੇ ਆ। ਤੇ ਸਾਨੂੰ ਇਹ ਬਾਈਬਲ ਦਾ ਇਜਿਪਟ ਦੇ ਵਿੱਚ ਵੀ, ਮਿਸਰ ਦੇ ਵਿੱਚ ਵੀ ਉਹਨਾਂ ਦੇ ਵੱਡੇ ਵਡੇਰੇ ਉੱਥੇ ਉਹਨਾਂ ਦਾ ਇਲਾਕਾ ਦੇਖਿਆ ਹੈਗਾ ਆ, ਦੇਖਿਆ ਵੀ ਜਾ ਸਕਦਾ ਆ। ਅਸੀਂ ਇਹਨੂੰ ਸਾਮ 105 ਵੀ ਦੇਖ ਸਕਦੇ ਹਾਂ, ਉਹਦੀ 23ਵੀਂ ਤੋਂ ਲੈ ਕੇ 27ਵੀਂ ਆਇਤ ਵੀ ਅਸੀਂ ਦੇਖ ਸਕਦੇ ਹਾਂ ਉਹਨਾਂ ਦੇ ਪਰਿਵਾਰਾਂ ਨੂੰ, ਉਹਨਾਂ ਦੇ ਘਰਾਣਿਆਂ ਨੂੰ। ਅਸੀਂ ਇਹਨਾਂ ਦੀ ਮਤਲਬ ਇਹ ਉਹਨਾਂ ਦੀ ਟੈਰੀਟਰੀ ਆ, ਭਾਵ ਇਹ ਉਹਨਾਂ ਦੀ ਬਾੜੀ ਆ, ਜਿਹਨੂੰ ਆਪਾਂ ਬਾੜੀ ਕਹਿ ਦਿੰਦੇ ਆ ਕੁਛ ਕਿਉਂਕਿ ਅੱਜ ਕੱਲ ਮੇਰਾ ਕਾਫੀ ਜਿਹੜਾ ਲੈਂਗੁਏਜ ਸਿੱਖਣ ਨੂੰ ਮਿਲ ਰਹੀ ਹੈ ਬੰਗਾਲੀ, ਤੇ ਉਹਦੇ ਵਿੱਚ ਆਪਾਂ ਕਹਿੰਦੇ ਆ ਕਈ ਚੀਜ਼ਾਂ ਮਤਲਬ ਬਾਗ ਤੇ ਉਹ ਬਾੜੀ ਕਹਿੰਦੇ, ਆਪਾਂ ਵੀ ਬਾੜੀ ਕੀ ਚੀਜ਼ਾਂ ਕਹਿ ਦਿੰਦੇ। ਕਾਫੀ ਚੀਜ਼ਾਂ ਜਿਹੜੀਆਂ ਉਹ ਸਿਮਿਲਰ ਆ, ਸਾਨੂੰ ਅੱਛਾ ਲੱਗਦਾ ਦੂਸਰੀ ਜ਼ੁਬਾਨ 'ਚ ਚੀਜ਼ਾਂ ਬਹੁਤ ਮਿਲਦੀਆਂ ਹੈ ਨਾ, ਜਿੱਦਾਂ ਆਪਣੀ ਸ਼ਕਲ ਮਿਲਦੀ। ਆਪਾਂ ਕਿਸੇ ਦੇ ਬੱਚੇ ਨੂੰ ਦੇਖਦੇ ਹਾਂ ਉਹ 'ਚ ਸਾਨੂੰ ਅੱਖਾਂ ਲੱਭਦੀਆਂ ਆਪਣੀਆਂ ਵਰਗੀਆਂ, ਕਿਸੇ ਨੂੰ ਦੇਖਦੇ ਉਹਦੇ ਲਿਪਸ ਤੁਹਾਡੇ ਵਰਗੇ ਆ, ਕਿਸੇ ਨੂੰ ਦੇਖਦੇ ਉਹਦੇ ਹੱਥ। ਖੁਦਾ ਇੰਨਾ ਗ੍ਰੇਟ ਆ, ਉਹਨੇ ਸਾਰਿਆਂ ਦੇ ਵਿੱਚ ਆਪਣੇ ਸਿਗਨੇਚਰ ਛੱਡੇ ਹੋਏ ਨਾ। ਬਿਊਟੀਫੁਲ 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 ਗॉड। ਇਸ ਤਰ੍ਹਾਂ ਸੇ ਅੱਗੇ ਮਤਲਬ ਇਹ ਜਾ ਕੇ ਦੇਖਦੇ ਹਾਂ ਕਿ ਇਹਨਾਂ ਦੀ ਜਿਹੜੀ ਘਰਾਣਾ ਆ ਟੈਰੀਟਰੀ ਭਾਵ ਇਹਨਾਂ ਦੇ ਜਿਹੜੇ ਕਬਜ਼ਾ ਉਹੀ ਕਨਾਨ ਮਤਲਬ ਕੇਨਨ ਦੀ ਧਰਤੀ ਨਾਲ ਗਿਣੀ ਜਾਂਦੀ ਆ। ਤਾਂ ਉਹ ਫਿਰ ਐਕਚੁਅਲੀ ਉਹ ਖੁਦਾ ਨਹੀਂ ਕਹਿੰਦੇ ਉਹ ਯਹੂਦੀਆਂ ਦਾ ਮਤਲਬ ਹੋਮਲੈਂਡ ਜਿਹੜੇ ਉਹਨਾਂ ਨੂੰ ਕਹਿੰਦੇ ਕਿ ਉਹਨਾਂ ਦਾ ਘਰ ਬਣ ਗਿਆ ਆਖਿਰ ਤੇ, ਹਨਾ, ਘਰਾਣਾ। ਸ਼ੇਮ ਦੇ ਬੱਚਿਆਂ ਦੇ ਬਾਰੇ ਚ ਦੇਖਦੇ ਹਾਂ 10 ਦੇ
इसी चैप्टर की 22वें तो लैके 32वें तक नोआ दे ਜਿਹੜੇ ਸਾਰੇ ਬੱਚੇ ਆ ਜਿਹੜੇ ਸ਼ੇਮ ਦੇ ਘਰ 'ਚ ਪੈਦਾ ਹੋਇਆ ਉਹ ਏਸ਼ੀਆ ਦੇ ਵਿੱਚ ਹੀ ਉਹਨਾਂ ਨੇ ਵੀ ਇਨਹੈਬਿਟ ਡਿਸੈਂਡੈਂਟ ਜਿਹੜੇ ਉਹਨਾਂ ਦੇ ਘਰਾਣੇ ਆ ਉਹਨਾਂ ਨੇ ਕੀਤਾ ਰਿਹਾਇਸ਼ ਆਪਣੀ ਤੇ ਉਹ ਮਿਡਨਾਈਟਸ ਜਿਹੜੇ ਹੈ ਨਾ ਜਿਹਨੂੰ ਆਪਾਂ ਕਹਿੰਦੇ ਮਿਦਿਆਨੀ ਉਸ ਜਿਹੜਾ ਉਹ ਇੱਕ ਬਹੁਤ ਵੱਡਾ ਦਰਿਆ ਜਿਹਦਾ ਨਾਮ ਹੈਗਾ ਇੰਡੀਅਨ ਓਸ਼ਨ ਇਹ ਉਹਦੇ ਆਲੇ ਦੁਆਲੇ ਵੀ ਉੱਥੇ ਵੀ ਦੇਖਿਆ ਜਾ ਸਕਦਾ ਹੈ ਇਹਨਾਂ ਨੇ ਬਹੁਤ ਲਾਰਜ ਟੈਰੀਟਰੀ ਮਤਲਬ ਬਹੁਤ ਵੱਡਾ ਕਬਜ਼ਾ ਇਹਨਾਂ ਦੀਆਂ ਜਿਹੜੀਆਂ ਘਰਾਣੇ ਦੀਆਂ ਔਲਾਦਾਂ ਉਹਨਾਂ ਨੇ ਕੀਤਾ ਹੈ ਹਾਮ ਤੇ ਯਾਫਤ ਦੇ ਵੀ ਜਿਹੜੇ ਅਬਰਾਹਮ ਇੱਥੋਂ ਅੱਗੇ ਅਸੀਂ ਜਿਹੜੇ ਨਿਕਲਦੇ ਆ ਨਾ ਇਹਨਾਂ ਦੇ ਘਰਾਣੇ ਦੇ ਵਿੱਚੋਂ ਵੀ ਅਬਰਾਹਮ ਤੇ ਹੀਬਰੂ ਜਿਹੜੇ ਇਬਰਾਨੀ ਲੋਕੀ ਜਿਹੜੇ ਉਹ ਇੱਥੋਂ ਆਉਂਦੇ ਆ ਅਸੀਂ ਇਹਨੂੰ ਅੱਜ ਬਹੁਤ ਹੀ ਸੋਹਣੇ ਤਰੀਕੇ ਨਾਲ ਸਿੱਖਿਆ ਐਂਡ ਹੁਣ ਅਸੀਂ ਮਤਲਬ ਹਮੇਸ਼ਾ ਦੀ ਤਰ੍ਹਾਂ ਜਾਣਾ ਹੈਗਾ ਆ ਬੱਤੀ ਉਹਦੇ 10ਵੇਂ ਚੈਪਟਰ ਵੱਲ ਤਾਂ ਕਿ ਅਸੀਂ ਨਵੇਂ ਆਇਤਨਾਮੇ ਦੇ ਬਾਰੇ ਵੀ ਸਿੱਖ ਸਕੀਏ ਇਹ ਤੇ ਗੱਲਾਂ ਹੁੰਦੀਆਂ ਰਹਿਣਗੀਆਂ ਤੁਹਾਡੇ ਨਾਲ ਹਰ ਰੋਜ਼ ਘਰਾਣਿਆਂ ਨੂੰ ਲੈ ਕੇ ਹਨਾ ਬਹੁਤ ਇੰਪੋਰਟੈਂਟ ਆ ਸੀ ਐਕਚੁਅਲੀ ਜੀਓਲੋਜੀ ਦੀ ਗੱਲ ਕਰ ਚੁੱਕਾ ਹੈ ਸਾਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ ਇੱਕ ਵਾਰ ਇੱਕ ਸਵਾਲ ਸੀਗਾ ਕਿ ਤੁਹਾਨੂੰ ਕਿਹਨੂੰ ਪਤਾ ਹੈ ਕਿ ਉਹਦਾ ਜਿਹੜਾ ਬਾਬੇ ਦਾ ਨਾਮ ਤੇ ਪਾਪੜ ਦਾਦੇ ਦਾ ਨਾਮ ਬਹੁਤ ਥੋੜੇ ਲੋਕੀ ਐਕਚੁਅਲੀ ਉਹਨਾਂ ਦਾ ਬੜੀ ਜਲਦੀ ਉਹ ਬੱਚਿਆਂ ਨੂੰ ਸਿਖਾਇਆ ਨਹੀਂ ਜਾਂਦਾ ਮੈਨੂੰ ਦੋਨੇ ਪਾਸਿਆਂ ਤੋਂ ਪਤਾ ਹੈ ਪੈਟਰਨਲ ਜਿਹੜੇ ਮੇਰੇ ਪਾਪਾ ਜੀ ਹੈਗੇ ਉਹਨਾਂ ਦਾ ਨਾਮ ਹੈਗਾ ਕਿਸ਼ਨ ਸਿੰਘ ਤੇ ਜਿਹੜੇ ਮੇਰੇ ਨਹੀਂ ਮੈਟਰਨਲ ਹੁੰਦੇ ਮਾਂ ਵੱਲੋਂ ਜਿਹੜੇ ਮਾਂ ਵੱਲੋਂ ਮੇਰੇ ਨਾਨਾ ਜੀ ਆ ਉਹਨਾਂ ਦਾ ਨਾਮ ਕਰਤਾਰ ਸਿੰਘ ਤੇ ਜਿਹੜੇ ਉਹਨਾਂ ਦੇ ਗਾਂ ਪਿਓ ਬਾਪੂ ਜੀ ਉਹਨਾਂ ਦਾ ਨਾਮ ਹਰਨਾਮ ਸਿੰਘ ਤੇ ਉਹ ਮਤਲਬ ਉਹਨਾਂ ਤੋਂ ਅੱਗੇ ਨਹੀਂ ਮੈਨੂੰ ਪਤਾ ਮਤਲਬ ਤੇ ਕਿਉਂਕਿ ਮੈਨੂੰ ਨਹੀਂ ਪਤਾ ਬਸ ਨਾ ਤੇ ਇਸ ਤਰ੍ਹਾਂ ਜੇ ਪੈਟਰਨਲ ਜਿਹੜੇ ਬਾਪ ਵੱਲੋਂ ਹੋਵੇ ਉਹਨਾਂ ਚੋਂ ਉਹਨਾਂ ਦਾ ਮੈਨੂੰ ਪਤਾ ਮੇਰੇ ਬਾਬਾ ਜੀ ਦਾ ਨਾਮ ਕਿਸ਼ਨ ਸਿੰਘ ਤੇ ਮੇਰੇ ਪੜ ਦਾਦਾ ਜੀ ਦਾ ਨਾਮ ਹੈਗਾ ਸੁੰਦਰ ਸਿੰਘ ਸੁੰਦਰ ਬਿਊਟੀਫੁਲ ਗੁੱਡ ਲੁਕਿੰਗ ਸੋ ਮਤਲਬ ਸਾਨੂੰ ਪਤਾ ਹੋਣਾ ਤਾਂ ਜ਼ਰੂਰੀ ਹੈ ਕਿ ਸਾਡੇ ਮਤਲਬ ਇਸੇ ਤਰ੍ਹਾਂ ਅਸੀਂ ਜੀਨੋਲੋਜੀ ਦੀ ਗੱਲ ਕਰਦੇ ਨਾ ਅੱਛਾ ਅਸੀਂ ਗੱਲ ਕਰਨ ਜਾ ਰਹੇ ਹਾਂ ਇਹ ਮੱਤੀ ਦੇ 10ਵੇਂ ਚੈਪਟਰ ਦੀ ਮੈਥਿਊ 12 ਰਸੂਲ ਤੇ ਚੇਲਿਆਂ ਦੀ ਗੱਲ ਹੋਣੀ ਆ ਆਪਣੀ ਵੀ ਗੱਲ ਹੋਣੀ ਆ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਚੇਲੇ ਹੋਣ ਦਾ ਸੱਦਾ ਦਿੱਤਾ ਗਿਆ ਨਾ ਤਾਂ ਮੈਂ ਆਪਣਾ ਦੁਪੱਟਾ ਦੇਖ ਲਵਾਂ ਕਿਉਂਕਿ ਮੈਨੂੰ ਬਿਲਕੁਲ ਨਹੀਂ ਅੱਛਾ ਲੱਗਦਾ ਕਿ ਕੁਛ ਵੀ ਜਿਹੜਾ ਨਾ ਮੇਰਾ ਦੁਪੱਟਾ ਸਹੀ ਨਾ ਹੋਵੇ ਪਰ ਉਸਨੇ 12 ਚੇਲਿਆਂ ਨੂੰ ਕੋਲ ਬੁਲਾ ਕੇ ਉਹਨਾਂ ਨੂੰ ਅਖਤਿਆਰ ਦਿੱਤਾ ਜੋ ਭ੍ਰਿਸ਼ਟ ਆਤਮਿਆਂ ਨੂੰ ਕੱਢਣ ਤੇ ਸਾਰੇ ਰੋਗ ਤੇ ਸਾਰੀ ਮਾਂਦਗੀ ਨੂੰ ਦੂਰ ਕਰਨ 12 ਰਸੂਲਾਂ ਦੇ ਨਾਮ ਹੋਏ ਹਨ ਪਹਿਲਾ ਸ਼ਮੂਨ ਜਿਹੜਾ ਪਤਰਸ ਹੁੰਦਾ ਹੈ ਉਹਦਾ ਭਰਾ ਇੰਦਰਿਆਸ ਜ਼ਬਦੀ ਦਾ ਪੁੱਤਰ ਯਾਕੂਬ ਅਤੇ ਉਹਦਾ ਭਰਾ ਯਹੋਨਾ ਫਿਲਿਪਸ ਤੇ ਬਰਥੋਲਮਈ ਥੋਮਾ ਤੇ ਮੱਤੀ ਮਸੂਲੀਆ ਹਲਫਈ ਦਾ ਪੁੱਤਰ ਯਾਕੂਬ ਅਤੇ ਥੱਦਾਈ ਸ਼ਮੂਨ ਕਨਾਨੀ ਤੇ ਯਹੂਦਾ ਇਸਕਰਯੋਤੀ ਜਿਸਨੇ ਉਸਨੂੰ ਪੜਵਾ ਵੀ ਦਿੱਤਾ ਇਹਨਾਂ 12 ਨੂੰ ਯਿਸੂ ਨੇ ਘੱਲਿਆ ਤੇ ਉਹਨਾਂ ਨੂੰ ਇਹ ਆਗਿਆ ਦੇ ਕੇ ਕਿਹਾ ਕਿ ਤੁਸੀਂ ਪਰਾਈਆਂ ਕੌਮਾਂ ਦੇ ਰਾਹ ਨਾ ਜਾਣਾ ਤੇ ਨਾ ਹੀ ਕਿਸੇ ਸਾਮਰੀਆਂ ਦੇ ਪਿੰਡ ਵਿੱਚ ਵੜਨਾ ਸਗੋਂ ਇਸਰਾਏਲ ਦੇ ਘਰਾਣੇ ਦੀਆਂ ਗੁਆਚੀਆਂ ਹੋਈਆਂ ਭੇਡਾਂ ਨੂੰ ਮੇਰੇ ਕੋਲ ਲੈ ਕੇ ਆਓ ਤੇ ਤੁਰਦੇ ਤੁਰਦੇ ਪ੍ਰਚਾਰ ਕਰਕੇ ਕਹੋ ਕਿ ਸਵਰਗ ਦਾ ਰਾਜ ਨੇੜੇ ਆ ਗਿਆ ਹੈ ਰੋਗੀਆਂ ਨੂੰ ਚੰਗਾ ਕਰੋ ਮੁਰਦਿਆਂ ਨੂੰ ਜਵਾੜੋ ਕੋੜੀਆਂ ਨੂੰ ਸ਼ੁੱਧ ਕਰੋ ਭੂਤਾਂ ਨੂੰ ਕੱਢੋ ਤੁਸੀਂ ਮੁਫਤ ਲਿਆ ਹੈ ਮੁਫਤ ਵੰਡੋ ਨਾ ਸੋਨਾ ਨਾ ਚਾਂਦੀ ਨਾ ਤਾਂਬਾ ਨਾ ਕਮਰ ਕੱਸੇ ਵਿੱਚ ਲਓ ਨਾ ਅਪਰਾ ਲਈ ਝੋਲਾ ਤੇ ਨਾ ਕੁੜਤੇ ਦੋ ਕੁੜਤੇ ਤੇ ਨਾ ਜੁੱਤੀ ਨਾ ਲਾਠੀ ਲਓ ਕਿਉਂਕਿ ਕੰਮ ਆਪਣੇ ਭੋਜਨ ਦਾ ਹੱਕਦਾਰ ਹੈ ਜਿਸ ਨਗਰ ਦੇ ਪਿੰਡ ਵਿੱਚ ਵੜੋ ਬਈ ਜਿੱਥੇ ਲਾਇਕ ਹੋਣ ਜਿੰਨਾ ਚਿਰ ਨਾ ਤੁਰੋ ਤੇ ਉੱਥੇ ਟਿਕੋ ਤੇ ਘਰ ਵਿੱਚ ਵੜਦਿਆਂ ਸਾਰ ਉਸ ਘਰ ਦੀ ਸੁੱਖ ਮੰਗੋ ਜੇ ਘਰ ਲਾਇਕ ਹੋਵੇ ਤਾਂ ਤੁਹਾਨੂੰ ਸ਼ਾਂਤੀ ਪਹੁੰਚੇ ਔਰ ਜੇ ਨਲਾਇਕ ਹੋਵੇ ਤਾਂ ਤੁਹਾਡੀ ਸ਼ਾਂਤੀ ਤੁਹਾਨੂੰ ਵੀ ਮੁੜ ਕੇ ਵਾਪਸ ਆ ਜਾਵੇ ਜੇ ਕੋਈ ਤੁਹਾਨੂੰ ਨਾ ਕਬੂਲ ਕਰੇ ਨਾ ਤੁਹਾਡੀਆਂ ਗੱਲਾਂ ਸੁਣੇ ਤਾਂ ਤੁਸੀਂ ਉਸ ਘਰ ਅਥਵਾ ਪਿੰਡ ਚੋਂ ਬਾਹਰ ਨਿਕਲ ਕੇ ਆਪਣੇ ਪੈਰਾਂ ਦੀ ਧੂੜ ਵੀ ਝਾੜ ਸੁੱਟੋ ਮੈਂ ਤੁਹਾਨੂੰ ਸੱਚ ਕਹਿਣਾ ਵੀ ਨਿਆਂ ਦੇ ਦਿਨ ਉਸ ਪਿੰਡ ਨਾਲੋਂ ਸਦੋਮ ਤੇ ਅਮੂਰਾ ਦੇ ਦੇਸ਼ ਦਾ ਹਾਲ ਝੱਲਣਯੋਗ ਹੋਣਾ ਵੇਖੋ ਮੈਂ ਤੁਹਾਨੂੰ ਭੇਡਾਂ ਵਾਂਗੂ ਬਘਿਆੜਾਂ ਵਿੱਚ ਭੇਜਦਾ ਹੈ ਤੁਸੀਂ ਸਪਾਂ ਵਰਗੇ ਹੁਸ਼ਿਆਰ ਤੇ ਕਬੂਤਰਾਂ ਵਰਗੇ ਭੋਲੇ ਹੋਣਾ ਪਰ ਆਦਮੀਆਂ ਤੋਂ ਚੌਕਸ ਰਹਿਣਾ ਕਿਉਂਕਿ ਉਹ ਤੁਹਾਨੂੰ ਮਜਲਿਸਾਂ ਦੇ ਹਵਾਲੇ ਕਰਨਗੇ ਆਪਣੀਆਂ ਸਮਾਜਾਂ ਵਿੱਚ ਤੁਹਾਨੂੰ ਕੋਰੜੇ ਮਾਰਨਗੇ ਤੁਸੀਂ ਮੇਰੇ ਕਾਰਨ ਹਾਕਮਾਂ ਅਤੇ ਰਾਜਿਆਂ ਦੇ ਅੱਗੇ ਹਾਜ਼ਰ ਕੀਤੇ ਜਾਓਗੇ ਕਿਉਂਕਿ ਉਹਨਾਂ ਉੱਤੇ ਪਰਾਈਆਂ ਕੌਮਾਂ ਦੀ ਜੋ ਉਹਨਾਂ ਉੱਤੇ ਔਰ ਪਰਾਈਆਂ ਕੌਮਾਂ ਉੱਤੇ ਵੀ ਸਾਖੀ ਹੋਵੇ ਔਰ ਜਦੋਂ ਤੁਹਾਨੂੰ ਫੜਵਾਉਣ ਤੇ ਚਿੰਤਾ ਨਾ ਕਰੋ ਕਿਉਂਕਿ ਕਿ ਅਸੀਂ ਕੀ ਕਹਿਣਾ ਹੈ ਕੀ ਬੋਲਣਾ ਹੈ ਕਿਉਂਕਿ ਜਿਹੜੀ ਗੱਲ ਤੁਸੀਂ ਬੋਲਣੀ ਤੁਹਾਨੂੰ ਉਸੇ ਘੜੀ ਬਖਸ਼ ਜਾਵੇਗੀ ਬੋਲਣ ਵਾਲੇ ਤੁਸੀਂ ਤਾਂ ਨਹੀਂ ਨਾ
ਤੁਹਾਡੇ ਪਿਤਾ ਦਾ ਆਤਮਾ ਹੈ ਜਿਹੜਾ ਤੁਹਾਡੇ ਵਿੱਚੋਂ ਬੋਲਦਾ ਹੈ, ਔਰ ਭਾਈ ਭਾਈ ਨੂੰ ਤੇ ਪਿਓ ਪੁੱਤਰ ਨੂੰ ਮੌਤ ਲਈ ਪਕੜਵਾਏਗਾ। ਬਾਲਕ ਆਪਣੇ ਮਾਪਿਆਂ ਦੇ ਵਿਰੁੱਧ ਉੱਠ ਖੜੇ ਹੋਣਗੇ, ਉਹਨਾਂ ਨੂੰ ਮਰਵਾ ਸੁੱਟਣਗੇ। ਮੇਰੇ ਨਾਮ ਕਰਕੇ ਸਭ ਲੋਕ ਤੁਹਾਡੇ ਨਾਲ ਵੈਰ ਰੱਖਣਗੇ, ਪਰ ਜਿਹੜਾ ਅੰਤ ਤੋੜੀ ਸਵੇਗਾ ਸੋ ਬਚਾਇਆ ਜਾਵੇਗਾ। ਪਰ ਜਦ ਲੋਕ ਤੁਹਾਨੂੰ ਨਗਰ ਵਿੱਚ ਸਤਾਉਣ ਤੇ ਤਦ ਦੂਸਰੇ ਨਗਰ ਨੂੰ ਭੱਜ ਜਾਓ। ਇੱਕ ਨਗਰ ਵਿੱਚ ਜਦੋਂ ਸਤਾਉਣ ਤੇ ਦੂਜੇ ਨਗਰ ਨੂੰ ਭੱਜ ਜਾਣਾ, ਕਿਉਂਕਿ ਮੈਂ ਤੁਹਾਨੂੰ ਸੱਚ ਕਹਿਣਾ ਵੀ ਇਸ ਪਿੰਡਾਂ ਵਿੱਚ ਤੁਸੀਂ ਜਦੋਂ ਤੱਕ ਨਾ ਫਿਰ ਲਿਆ ਸਾਰਿਆਂ ਥਾਵਾਂ ਤੇ ਮਨੁ ਫਿਰ ਲਿਆ, ਉਦੋਂ ਤੱਕ ਮਨੁੱਖ ਦਾ ਪੁੱਤਰ ਆਏਗਾ ਜਦੋਂ ਤੁਸੀਂ ਸਾਰਿਆਂ ਨਗਰਾਂ ਵਿੱਚ ਫਿਰ ਲਿਆ। ਚੇਲਾ ਗੁਰੂ ਨਾਲੋਂ ਵੱਡਾ ਨਹੀਂ ਤੇ ਨਾ ਹੀ ਨੌਕਰ ਆਪਣੇ ਮਾਲਕ ਨਾਲੋਂ। ਇੰਨਾ ਬਹੁਤ ਹੈ ਕਿ ਚੇਲਾ ਆਪਣੇ ਗੁਰੂ ਜਿਹਾ ਤੇ ਚਾਕਰ ਆਪਣੇ ਮਾਲਕ ਜਿਹਾ ਹੋਵੇ। ਉਹਨਾਂ ਘਰ ਦੇ ਮਾਲਕਾਂ ਨੂੰ ਜਦੋਂ ਉਹਨਾਂ ਘਰ ਦੇ ਮਾਲਕ ਨੂੰ ਬਾਲ ਜ਼ਬੂਰ ਕਹਿ ਦਿੱਤਾ ਤੇ ਕਿੰਨਾ ਵਧੀਆ ਕਿ ਘਰਦਿਆਂ ਨੂੰ ਕਿਉਂ ਨਾ ਆਖਣਗੇ ਤੁਸੀਂ ਉਹਨਾਂ ਕੋਲੋਂ ਨਾ ਡਰਿਓ, ਕਿਉਂਕਿ ਕੋਈ ਚੀਜ਼ ਲੁਕੀ ਨਹੀਂ ਜਿਹੜੀ ਪ੍ਰਗਟ ਨਾ ਕੀਤੀ ਜਾਵੇਗੀ, ਨਾ ਹੀ ਕੁਝ ਗੁਪਤ ਹੈ ਜੋ ਜਾਣਿਆ ਨਾ ਜਾਵੇਗਾ। ਕਿ ਜੋ ਕੁਝ ਤੁਹਾਨੂੰ ਹਨੇਰੇ ਵਿੱਚ ਮੈਂ ਦੱਸਾਂ ਉਹ ਚਾਨਣ ਵਿੱਚ ਆਖਣਾ, ਜੋ ਕੁਝ ਤੁਸੀਂ ਕੰਨਾਂ ਵਿੱਚ ਸੁਣਦੇ ਹੋ ਕੋਠਿਆਂ ਉੱਤੇ ਉਹਦਾ ਪ੍ਰਚਾਰ ਕਰਨਾ। ਉਹਨਾਂ ਕੋਲੋਂ ਨਾ ਡਰਨਾ ਜਿਹੜੇ ਦੇਹ ਨੂੰ ਮਾਰ ਸਕਦੇ ਹਨ, ਰੂਹ ਨੂੰ ਨਹੀਂ ਮਾਰ ਸਕਦੇ, ਕਿਉਂਕਿ ਉਸੇ ਕੋਲੋਂ ਡਰੋ ਜਿਹੜਾ ਸਿਹਤ ਜਿਸਮ ਤੇ ਰੂਹ ਦੋਨਾਂ ਦਾ ਨਰਕ ਵਿੱਚ ਵਾਸਾ ਨਾਸ਼ ਕਰ ਸਕਦਾ ਹੈ। ਭਲਾ ਇੱਕ ਪੈਸੇ ਨੂੰ ਦੋ ਜਣੇ ਨਹੀਂ ਵੇਖਦੀਆਂ ਅਤੇ ਉਹਨਾਂ ਵਿੱਚੋਂ ਇੱਕ ਵੀ ਤੁਹਾਡੇ ਪਿਤਾ ਦੀ ਮਰਜ਼ੀ ਬਿਨਾਂ ਧਰਤੀ ਉੱਤੇ ਨਹੀਂ ਡਿੱਗਦੀ। ਤੁਹਾਡੇ ਸਿਰ ਦੇ ਵਾਲ ਵੀ ਗਏ ਹੋਏ ਹਨ, ਨਾ ਡਰੋ ਕਿ ਬਹੁਤੀਆਂ ਚੀਜ਼ਾਂ ਚਿੜੀਆਂ ਨਾਲੋਂ ਤੁਸੀਂ ਉੱਤਮ ਹੋ। ਪਰ ਜੇ ਕੋਈ ਮਨੁੱਖ ਅੱਗੇ ਮੇਰਾ ਇਕਰਾਰ ਕਰੇਗਾ ਤਾਂ ਮੈਂ ਵੀ ਆਪਣੇ ਪਿਤਾ ਅੱਗੇ ਜਿਹੜਾ ਸਵਰਗ ਵਿੱਚ ਹੈ ਉਹਦਾ ਇਕਰਾਰ ਕਰਾਂਗਾ। ਪਰ ਜੇ ਕੋਈ ਮਨੁੱਖ ਅੱਗੇ ਆਤਮੇ ਅੱਗੇ ਮੇਰਾ ਇਨਕਾਰ ਕਰੇਗਾ ਤਾਂ ਮੈਂ ਵੀ ਆਪਣੇ ਪਿਤਾ ਦੇ ਅੱਗੇ ਜਿਹੜਾ ਸਵਰਗ ਵਿੱਚ ਉਹਦਾ ਇਨਕਾਰ ਕਰਾਂਗਾ। ਇਹਨਾਂ ਸਭ ਦੇ ਮੈਂ ਧਰਤੀ ਉੱਤੇ ਮੇਲ ਕਰਾਉਣਾ, ਮੇਲ ਕਰਾਉਣ ਨਹੀਂ ਸਗੋਂ ਤਲਵਾਰ ਚਲਾਉਣਾ ਹੈ, ਕਿਉਂਕਿ ਜੋ ਮੈਂ ਆਦਮੀ ਨੂੰ ਅਤੇ ਉਹਦੇ ਪਿਓ ਜੋ ਮੈਂ ਆਦਮੀ ਨੂੰ ਉਹਦੇ ਪਿਓ ਤੋਂ ਅਤੇ ਧੀ ਨੂੰ ਉਹਦੀ ਮਾਂ ਤੋਂ ਨੂੰ ਉਹਦੀ ਸੱਸ ਤੋਂ ਅਲੱਗ ਕਰਨਾ ਹੈ। ਹਰ ਆਦਮੀ ਦੇ ਪਿਆਰੀ ਉਹਦੇ ਆਪਣੇ ਘਰ ਦੇ ਹੀ ਹੋਣੇ ਹਨ, ਕਿਉਂ ਜੋ ਪਿਓ ਜਾਂ ਮਾਂ ਨੂੰ ਜਿਹੜਾ ਵੀ ਮੇਰੇ ਨਾਲੋਂ ਜ਼ਿਆਦਾ ਪਿਆਰ ਕਰਦਾ ਉਹ ਤਾਂ ਮੇਰੇ ਕਾਬਿਲ ਹੀ ਨਹੀਂ। ਜੋ ਕੋਈ ਪੁੱਤਰ ਜਾਂ ਧੀ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਉਹ ਵੀ ਮੇਰੇ ਕਾਬਿਲ ਨਹੀਂ। ਜੇ ਕੋਈ ਆਪਣੀ ਸਲੀਪ ਚੁੱਕ ਕੇ ਮੇਰੇ ਮਗਰ ਨਾ ਤੁਰੇ ਤਾਂ ਉਹ ਵੀ ਮੇਰੇ ਕਾਬਿਲ ਨਹੀਂ। ਜਦੋਂ ਕਿਸੇ ਨੇ ਆਪਣੀ ਜਾਨ ਲੱਭ ਲਈ ਤਾਂ ਜ਼ਰੂਰ ਉਹਨੂੰ ਗਵਾ ਲਵੇਗਾ, ਜਿਹਨੇ ਕਿਸੇ ਨੇ ਆਪਣੀ ਜਾਨ ਮੇਰੇ ਲਈ ਗਵਾਈ ਤੇ ਉਹ ਉਹਨੂੰ ਜ਼ਰੂਰ ਲੱਭ ਲਏਗਾ। ਜਿਹੜਾ ਤੁਹਾਨੂੰ ਕਬੂਲ ਕਰੇ ਉਹ ਮੈਨੂੰ ਕਬੂਲ ਕਰਦਾ, ਜਿਹੜਾ ਮੈਨੂੰ ਕਬੂਲ ਕਰੇ ਉਹ ਮੇਰੇ ਪਿਤਾ ਨੂੰ ਕਬੂਲ ਕਰਦਾ ਹੈ, ਮੇਰੇ ਘੱਲਣ ਵਾਲੇ ਨੂੰ ਕਬੂਲ ਕਰਦਾ। ਜਿਹੜਾ ਨਬੀ ਦੇ ਨਾਮ ਤੇ ਨਬੀ ਨੂੰ ਕਬੂਲ ਕਰੇ ਉਹ ਨਬੀ ਦਾ ਫਲ ਪਾਵੇਗਾ, ਜਿਹੜਾ ਧਰਮੀ ਦੇ ਨਾਮ ਤੇ ਧਰਮ ਨੂੰ ਕਬੂਲ ਕਰੇ ਉਹ ਧਰਮੀ ਦਾ ਫਲ ਪਾਵੇਗਾ। ਤੇ ਜਿਹੜਾ ਇਹਨਾਂ ਛੋਟਿਆਂ ਵਿੱਚੋਂ ਇੱਕ ਨੂੰ ਚੇਲੇ ਦੇ ਨਾਂ ਉੱਤੇ ਮੇਰਾ ਇੱਕ ਕਟੋਰਾ ਠੰਡੇ ਪਾਣੀ ਦਾ ਵੀ ਦਵੇ, ਮੈਂ ਤੁਹਾਨੂੰ ਸੱਚ ਕਹਿਣਾ ਆ ਕਿ ਕਦੀ ਆਪਣਾ ਫਲ ਨਹੀਂ ਗਵਾਵੇਗਾ। ਇੰਟਰਸਟਿੰਗ, ਬਹੁਤ ਹੀ ਖੂਬ, ਅਸੀਂ ਬਹੁਤ ਜ਼ਬਰਦਸਤ ਜਿਹੜੀਆਂ ਨਾ ਸਿੱਖਿਆ ਜਿਹੜੀ ਇਹ ਪੜ੍ਹੀ ਆ। ਇਹਦੇ ਵਿੱਚ ਅਸੀਂ ਮਤਲਬ ਸਾਫ਼ ਖੁਦਾਵੰਦ ਯਿਸੂ ਮਸੀਹ ਦੀ ਜਿਹੜੀ ਸਾਡੇ ਉੱਤੇ ਹੋਈ ਹੈਗੀ ਗੱਲ, ਅਸੀਂ ਵੈਸੇ ਬਹੁਤ ਵਾਰੀ ਪੜ੍ਹਿਆ, ਤੁਸੀਂ ਵੀ ਬਹੁਤ ਵਾਰੀ ਪੜ੍ਹਦੇ ਹੋਵੋਗੇ, ਮੈਂ ਵੀ ਪੜ੍ਹਦਾ, ਆਪਾਂ ਹੁਣ ਪੜ੍ਹੀ ਜਾਣਾ ਜਿੰਨਾ ਚਿਰ ਪਰਮੇਸ਼ਰ ਨੇ ਸਾਨੂੰ ਇਸ ਦੁਨੀਆ ਦੇ ਉੱਤੇ ਮਤਲਬ ਰਹਿਣ ਦਾ ਮੌਕਾ ਦਿੱਤਾ ਹੈ, ਉਹਨਾਂ ਚਿਰ ਅਸੀਂ ਪੜ੍ਹੀ ਜਾਣਾ, ਕਿਉਂਕਿ ਸਾਨੂੰ ਇਹ ਹੁਕਮ ਹੈ ਤੇ ਹੁਕਮ ਜਿਹੜਾ ਨਾ ਉਹ ਸਾਨੂੰ ਉਹਦੀ ਪਾਲਣਾ ਕਰਨੀ ਪੈਂਦੀ ਆ। ਜਿਸ ਤਰ੍ਹਾਂ ਅਸੀਂ ਰੋਟੀ ਹਰ ਰੋਜ਼ ਹੀ ਖਾਂਦੇ ਹਾਂ, ਇਸ ਤਰ੍ਹਾਂ ਅਸੀਂ ਕਲਾਮ ਨੂੰ ਹਰ ਰੋਜ਼ ਹੀ ਪੜ੍ਹਨਾ। ਇਹ ਵੱਖਰੀ ਗੱਲ ਹੈ ਕਿ ਹਰ ਰੋਜ਼ ਸਾਨੂੰ ਸਾਡੇ ਹਿੱਸੇ ਕਿਹੜਾ ਆਉਂਦਾ ਉਹ ਚੀਜ਼ ਅਸੀਂ ਪੜ੍ਹਨੀ ਹੈ, ਹਨਾ। ਤੇ ਇਹਦੇ ਵਿੱਚ ਸਾਨੂੰ ਸਾਰਿਆਂ ਨੂੰ ਅੱਜ ਫਿਰ ਅਸੀਂ ਤਾਜ਼ਾ ਪੜ੍ਹ ਕੇ ਹਜੇ ਹਟੇ ਆ, ਤਾਜ਼ੇ ਫੁੱਲਦੇ ਹੋਏ ਫੁੱਲ ਕੇ ਖਾਦੇ ਆ ਕਿ ਸਾਨੂੰ ਮੁਨਾਦੀ ਕਰਨ ਨੂੰ ਕਿਹਾ ਗਿਆ ਆ, ਸਾਨੂੰ ਫਿਕਰ ਨਾ ਕਰਨ ਲਈ ਕਿਹਾ ਗਿਆ ਆ। ਇਹਦੇ ਵਿੱਚ ਅਸੀਂ ਫਿਕਰ ਬਿਲਕੁਲ ਵੀ ਨਹੀਂ ਕਰਨਾ। ਜਿਸ ਤਰ੍ਹਾਂ ਕਿਹਾ ਕਿ ਸਾਨੂੰ ਉਹਨੇ ਤਾਕਤ ਦਿੱਤੀ ਆ ਕਿ ਭੂਤਾਂ ਨੂੰ, ਪ੍ਰੇਤਾਂ ਨੂੰ, ਅਨਕਲੀਨ ਮਤਲਬ ਜਿਹੜੀਆਂ ਹੈਗੀਆਂ ਆ ਰੂਹਾਂ, ਉਹਨਾਂ ਨੂੰ ਮਤਲਬ ਸਾਨੂੰ ਉਹਨਾਂ ਨੂੰ ਕੱਢਣ ਦੀ ਉਹਨਾਂ ਨੂੰ ਤਾਕਤ ਦਿੱਤੀ ਹੈ। ਸਾਨੂੰ ਤਾਕਤ ਦਿੱਤੀ ਹੈ ਕਿ ਅਸੀਂ ਮਤਲਬ ਜਿਹੜੇ ਬਿਮਾਰ ਆ ਉਹਨਾਂ ਨੂੰ ਹੀਲ ਕਰ ਸਕੀਏ। ਤੇ ਇਹ ਵੀ ਤਾਕਤ ਦਿੱਤੀ ਕਿ ਜਿਹੜੇ ਨਹੀਂ ਪਾਕਰੂ ਦੇ ਵਿੱਚ ਹੈਗੇ ਭਿੱਜੇ ਹੋਏ ਤੇ ਉਹਨਾਂ ਨੂੰ ਪਾਕਰੂ ਦੇ ਵਿੱਚ ਬਪਤਿਸਮਾ ਦੇਣ ਲਈ ਅਸੀਂ ਉਹਨਾਂ ਨੂੰ ਹਨੇਰੇ ਚੋਂ ਬਾਹਰ ਕੱਢ ਸਕੀਏ, ਤਾਂ ਕਿ ਜਿਹੜਾ ਹਨੇਰਾ ਆ ਉਹ ਵੀ ਚਾਨਣ ਦਾ ਵੈਰੀ ਆ, ਹਨਾ। ਇਸ ਕਰਕੇ ਅਸੀਂ ਖੁਦਾ ਦੀ ਬਖਸ਼ਿਸ਼ ਜਿਹੜੀ ਆ ਉਹ ਸਾਨੂੰ ਹਨੇਰੇ ਤੋਂ ਸਾਨੂੰ ਉਹ ਛਡਵਾਉਂਦੀ ਆ, ਮਤਲਬ ਜਿਹੜਾ ਈਵਲ ਆ ਉਹਦੇ ਤੋਂ ਜਿਹੜੇ ਹਨੇਰੇ ਦੇ ਥੱਲੇ ਹੈਗੇ ਆ ਨਾ ਕਾਫੀ ਬੁਰੀ ਤਰੀਕੇ ਦੇ ਨਾਲ ਅੰਦਾਜ਼, ਉਹ ਉਹਨਾਂ ਨੂੰ ਕੱਢਣ ਲਈ ਆ ਨਾ। ਕਿਉਂਕਿ ਕੱਲ ਵੀ ਪੜ੍ਹਿਆ ਸੀ ਕਿ ਉਹਨੇ ਕਿਹਾ ਕਿ ਮੈਂ ਬਿਮਾਰਾਂ ਲਈ ਨਹੀਂ, ਮੈਂ ਚੰਗਿਆਂ ਲਈ ਨਹੀਂ, ਤੰਦਰੁਸਤਾਂ ਲਈ ਨਹੀਂ, ਬਲਕਿ ਬਿਮਾਰਾਂ ਲਈ ਆਇਆ, ਲਾਚਾਰਾਂ ਲਈ ਆਇਆ, ਹਨਾ। ਹੁਣ ਇੱਥੇ ਕੀ ਹੈ ਕਿ ਮਤਲਬ ਖੁਦਾ ਦੀ ਬਾਦਸ਼ਾਹੀ ਜਿਹੜੀ ਕਿ ਤੁਹਾਨੂੰ ਕੀ ਕਿਹਾ ਗਿਆ, ਆਪਾਂ ਵੀ ਕਹਿੰਦੇ ਆਪਾਂ ਵੀ ਮਤਲਬ ਦੂਸਰਿਆਂ ਨੂੰ ਵੀ ਸਮਝਾਉਂਦੇ
ਕਿ ਸਵਰਗ ਦਾ ਰਾਜ ਨੇੜੇ ਆ। ਕਿੱਦਾਂ ਨੇੜੇ ਆ? ਕੀ ਨਜ਼ਰ ਆਉਂਦਾ ਆ? ਕੀ ਇਸ ਤਰ੍ਹਾਂ ਨਜ਼ਰ ਆਉਂਦਾ ਜਿੱਦਾਂ ਹੱਥ ਨਜ਼ਰ ਆਉਂਦਾ ਆ, ਜਿੱਦਾਂ ਦੁਪੱਟਾ ਨਜ਼ਰ ਆ ਗਿਆ, ਤੁਹਾਡੇ ਮੂੰਹ ਚੋਂ ਨਜ਼ਰ ਆਉਂਦਾ, ਗੱਲ ਨਿਕਲਦੀ ਮੂੰਹ ਚੋਂ ਨਜ਼ਰ ਆਉਂਦੀ ਕਿਸੇ ਨੂੰ, ਸੁਣਦੀ ਆ ਕੰਨਾਂ ਦੇ ਨਾਲ। ਏਦਾਂ ਸਵਰਗ ਦਾ ਰਾਜ ਨੇੜੇ ਆ, ਪਰ ਜਿਹਦੇ ਕੰਨ ਹੋਣ ਉਹ ਸੁਣੇ, ਹਨਾ। ਉਹ ਆਇਆ ਵਾ ਤੁਹਾਡੇ ਕੋਲ, ਜਿਹੜਾ ਤੁਹਾਡੇ ਕੋਲ ਉਹਦਾ ਵਚਨ ਬੋਲ ਕੇ ਲੈ ਕੇ ਆਇਆ, ਉਹ ਉਹਦੇ ਤੱਕ ਉਹ ਲੈ ਕੇ ਆਇਆ ਆਪਣੇ ਪੈਰਾਂ ਦੇ ਨਾਲ, ਆਪਣੇ ਚਰਨਾਂ ਨਾਲ ਤੁਹਾਡੇ ਕੋਲ ਸਵਰਗ ਦਾ ਰਾਜ ਲੈ ਕੇ ਆ ਗਿਆ, ਹਨਾ। ਪਰ ਜਿਹਨੇ ਸਵਰਗ ਦੇ ਰਾਜ ਨੂੰ ਨਹੀਂ ਮੰਨਣਾ ਤੇ ਉਹ ਪਹਿਲਾਂ ਇੱਥੇ ਵੀ ਕਿਹਾ ਕਿ ਮਾਲਕ ਨੂੰ ਜਦੋਂ ਬਾਲਜ਼ਬੂਲ ਕਹਿਤਾ, ਮਤਲਬ ਮਾਲਕ ਨੂੰ ਕਹਿਤਾ, ਖੁਦਾਵੰਦ ਯਿਸੂ ਮਸੀਹ ਨੂੰ ਕਹਿ ਦਿੱਤਾ ਗਿਆ ਕਿ ਤੂੰ ਭੂਤਾਂ ਦੀ ਮਦਦ ਨਾਲ ਭੂਤਾਂ ਨੂੰ ਖੜਦਾ ਹੈ। ਕਿੰਨੀ ਇੰਟਰਸਟਿੰਗ ਗੱਲ ਹੈ ਕਿ ਕੋਈ ਕਿਸੇ ਨੂੰ ਕਹੇ ਕਿ ਤੂੰ ਮਤਲਬ ਮੌਤ ਦੇ ਨਾਲ ਮੌਤ ਦਿੰਦਾ ਆ। ਇਹ ਤੇ ਸਾਰਿਆਂ ਨੂੰ ਪਤਾ, ਪਰ ਜਿਹੜਾ ਜਿਹੜੀ ਜ਼ਿੰਦਗੀ ਦੇਣ ਵਾਲਾ, ਉਹਨੂੰ ਕਿਹਾ ਜਾਵੇ ਕਿ ਤੂੰ ਮੌਤ ਦੇ ਨਾਲ ਜ਼ਿੰਦਗੀ ਦਿੰਦਾ, ਇਹ ਸਾਡੇ ਮਤਲਬ ਸੈਟ ਨਹੀਂ ਬੈਠਦੀ ਗੱਲ ਕਿ ਭੂਤਾਂ ਦੇ ਜਿਹਦੇ ਕਿਹਾ ਤੇ ਪਾਣੀ ਜਿਹੜਾ ਹੈ ਨਾ ਉਹ ਗੱਲ ਮੰਨ ਲੈਂਦਾ, ਜਿਹਦੀ ਗੱਲ ਮੰਨ ਲੈਂਦਾ ਕਿ ਪਾਣੀ ਮਤਲਬ ਪਾਣੀ ਹਵਾ ਜਿਹਦੀ ਗੱਲ ਮੰਨਦੇ ਉਹਨਾਂ ਨੂੰ। ਪਰ ਇਹ ਖੁਦਾ ਨੇ ਇਹ ਕਿਹਾ ਕਿ ਇਹਦਾ ਫਿਕਰ ਨਾ ਕਰੋ, ਕਿਉਂਕਿ ਉਹਨਾਂ ਨੂੰ ਵੀ ਇਹ ਕਿਹਾ ਗਿਆ ਤੇ ਤੁਹਾਨੂੰ ਤੋਂ ਵੱਡੀਆਂ ਗੱਲਾਂ ਕਹੀਆਂ ਜਾ ਸਕਦੀਆਂ ਆ ਕਿ ਤੂੰ ਆਹ ਕਰਦਾ ਇਹਨਾਂ ਚੀਜ਼ਾਂ ਦਾ ਫਿਕਰ ਨਾ ਕਰੋ। ਜਿਹੜਾ ਤੁਹਾਨੂੰ ਕੰਮ ਕਿਹਾ ਕਰਨ ਨੂੰ ਉਹ ਕਰੋ, ਤੇ ਫੋਕਸ ਰੱਖੋ ਆਪਣਾ ਨਾ ਕੰਮ ਤੇ। ਇਸ ਕਰਕੇ ਅਸੀਂ ਇਹਨੂੰ ਮਰਕਸ 16 ਦੀ 17 ਚ ਵੀ ਪੜ੍ਹ ਸਕਦੇ ਹਾਂ, ਅਸੀਂ ਇਹਨੂੰ ਮਤਲਬ ਗੋਸਪਲ ਆਫ ਜੌਨ ਦੇ 8ਵੇਂ ਚੈਪਟਰ ਦੀ 12ਵੇਂ ਚ ਵੀ ਪੜ੍ਹ ਸਕਦੇ ਹਾਂ, ਕਿਉਂਕਿ ਮੈਂ ਚਾਹੂੰਗੀ ਤੁਸੀਂ ਥੋੜਾ ਹੋਮਵਰਕ ਕਰੋ, ਹਨਾ, ਤਾਂ ਕਿ ਮਤਲਬ ਮੈਂ ਵੀ ਅਗਰ ਤੁਹਾਡੇ ਲਈ ਸਾਰਾ ਪੜ੍ਹਨਾ ਸ਼ੁਰੂ ਹੋ ਤਾਂ ਚੈਪਟਰ ਲੰਬਾ ਹੋ ਜਾਣਾ ਆਪਣਾ ਸੈਸ਼ਨ। ਮੈਂ ਤੁਹਾਨੂੰ ਚਾਹੁੰਦੀ ਹਾਂ ਕਿ ਤੁਸੀਂ ਪੜ੍ਹੋ ਜਿਸ ਤਰ੍ਹਾਂ ਮੈਂ ਪੜ੍ਹ ਰਹੀ ਹਾਂ, ਤੁਸੀਂ ਵੀ ਪਲੀਜ਼ ਪੜ੍ਹੋ, ਕਿਉਂਕਿ ਤੁਹਾਨੂੰ ਬਹੁਤ ਆਨੰਦ, ਸੁੱਖ, ਸ਼ਾਂਤੀ, ਆਰਾਮ, ਖੁਸ਼ੀ, ਬਹੁਤ ਕੁਛ ਮਿਲੂਗਾ ਇਹਦੇ ਵਿੱਚ, ਬਹੁਤ ਕੁਛ ਹੈ ਨਾ। ਮਤਲਬ ਮੈਨੂੰ ਇੱਥੇ ਚੀਜ਼ ਆ ਰਹੀ ਹੈ ਕਿ ਯਾਦ ਹੈ ਕਿ ਮਤਲਬ ਹੈ ਤਾਂ ਉਹ ਇਸ ਤਰ੍ਹਾਂ ਕਿ ਸੰਸਾਰ ਦੀ ਗੱਲ ਹੋ ਰਹੀ ਹੈ, ਕਿ ਇਹਦੇ ਵਿੱਚ ਆਕਾਸ਼ ਦੀ ਗੱਲ ਹੋ ਰਹੀ ਹੈ ਕਿ ਤਾਰੇ, ਨਗਮੇ, ਮਤਲਬ ਬਿਜਲੀ, ਫੁੱਲ, ਹਨਾ, ਇਸ ਸੰਸਾਰ ਚ ਕੀ ਕੁਛ ਹੈ, ਬਸ ਕਿ ਵੀ ਇਹਦੇ ਵਿੱਚ ਇਸ ਦਾਮਨ ਚ ਕੀ, ਪਰ ਇਹ ਦਾਮਨ ਹਾਥ ਮੇ ਆਏ ਤੋਂ ਮਤਲਬ ਕਿਹਾ ਹੈ ਕਿ ਉਹ ਜਿਹੜਾ ਦਾਮਨ ਆ, ਭਾਵ ਉਹ ਜਿਹੜਾ ਥਾਲ ਦਾ ਵੀ ਮੈਂ ਰੂਪ ਦਿੱਤਾ ਸੀ ਪਿਛਲੇ ਦਿਨਾਂ ਚ, ਅਸੀਂ ਉਹ ਥਾਲ ਦੇ ਵਿੱਚ ਤਾਰੇ ਮੋਤੀਆਂ ਦੇ ਰੂਪ ਛਿਪੇ ਹੋਏ ਆ, ਜਿਹੜੇ ਚੰਨ ਤੇ ਸੂਰਜ ਆ ਉਹ ਦੋ ਵੱਡੇ ਜੋਤਾਂ, ਵੱਡੇ ਮਤਲਬ ਜਿਹਨੂੰ ਆਪਾਂ ਕਹਿੰਦੇ ਕਿ ਕਰੋੜ ਡਿਗਰੀ ਦੇ ਬਲਬ ਤੋਂ ਵੀ ਵੱਡੇ ਜਿਹੜੇ ਆ ਨਾ, ਉਹ ਉਹਨਾਂ ਦੇ ਰੂਪ ਦੇ ਵਿੱਚ ਹੈ ਨਾ, ਉਹਦੇ ਚ ਫੁੱਲ ਆ, ਉਹਦੇ ਚ ਸਾਡੇ ਆਹ ਜਿਹੜੇ ਬਚਨ ਦੇ ਗੀਤ ਹੈਗੇ ਆ ਕਿ ਉਹ ਵੀ ਬਚਨ ਵੀ ਹੈਗਾ, ਗੀਤ ਵੀ ਹੈਗੇ, ਔਰ ਉਹ ਦਾਮਨ ਹਾਥ ਮੇ ਆਵੇ ਤੋਂ, ਕਿਉਂਕਿ ਹੁਣ ਉਹ ਜਿਹੜਾ ਆ ਸਵਰਗ ਦਾ ਤੁਹਾਡੇ ਹੱਥ 'ਚ ਏਦਾਂ ਆਉਣਾ ਸੌਖਾ ਨਹੀਂ ਆ। ਕਿੱਦਾਂ ਹੱਥ ਆਊਗਾ? ਜੀ ਤੁਹਾਡੀ ਸੋਚ ਟਰੈਵਲ ਕਰਕੇ ਉੱਤੇ ਜਾਊਗੀ, ਉਹਨੇ ਗੱਲ ਨਹੀਂ ਤੁਹਾਨੂੰ ਤੁਹਾਡੇ ਹੱਥ 'ਚ ਆਉਣਾ, ਤੁਹਾਡੀ ਸੋਚ ਨੇ ਉੱਤੇ ਜਾਣਾ ਹੈ, ਭਾਵ ਦੁਨੀਆਦਾਰੀ ਨੂੰ ਛੱਡ ਕੇ ਉੱਤੇ ਜਾਣਾ। ਫਿਰ ਤੁਸੀਂ ਉਹਨੂੰ ਆਪਣੀ ਸੋਚ ਰਾਹੀਂ, ਆਪਣੇ ਯਕੀਨ ਰਾਹੀਂ, ਆਪਣੇ ਈਮਾਨ ਰਾਹੀਂ, ਆਪਣੇ ਟਰਸਟ ਰਾਹੀਂ ਤੁਸੀਂ ਉਹਨੂੰ ਹੱਥ ਫੜ ਸਕਦੇ ਹੋ, ਹਨਾ। ਇਸ ਤਰ੍ਹਾਂ ਅਸੀਂ ਦੇਖਿਆ ਕਿ ਵਾਈਸ ਤੇ ਹਾਰਮਲੈਸ ਕੇ ਇੱਥੇ ਕਿਹਾ ਹੈ ਕਿ ਜਿਹੜੀ ਮਤਲਬ ਪਵਿੱਤਰਤਾ, ਪੱਕੀਜ਼ਗੀ, ਪਿਉਰਿਟੀ ਹੈ ਨਾ, ਉਹ ਜਿਹੜੀ ਆ ਉਹਨੂੰ ਸਾਨੂੰ ਸੱਪਾਂ ਵਰਗੇ ਹੁਸ਼ਿਆਰ ਹੋਣ ਨੂੰ ਕਿਉਂ ਕਿਹਾ ਗਿਆ, ਕਬੂਤਰ ਵਰਗੇ ਭੋਲੇ ਹੋਣ ਨੂੰ ਕਿਉਂ ਕਿਹਾ ਗਿਆ, ਕਿ ਤੁਹਾਡੇ ਚ ਪਵਿੱਤਰਤਾ ਹੋਣੀ ਬਹੁਤ ਜ਼ਰੂਰੀ ਹੈ, ਪਰ ਵਿਜ਼ਡਮ ਵੀ ਹੋਣਾ ਬਹੁਤ ਜ਼ਰੂਰੀ ਹੈ। ਕੱਲੀ ਪਵਿੱਤਰਤਾ ਨਹੀਂ, ਉਹਦੇ ਨਾਲ ਵਿਜ਼ਡਮ ਵੀ, ਕਿਉਂਕਿ ਖੁਦਾ ਦਾ ਵਿਜ਼ਡਮ ਹੋਣਾ ਜ਼ਰੂਰੀ ਆ, ਉਹਦੀ ਸਿਆਣਪ ਹੋਣਾ ਜ਼ਰੂਰੀ ਆ, ਜਿਹੜੀ ਸਾਨੂੰ ਉਹਨੇ ਐਗਜ਼ਾਮਪਲ ਦਿੱਤੀ ਹੈ ਨਾ, ਕਿ ਅਸੀਂ ਕਿਉਂਕਿ ਜਿਹੜੇ ਇੱਥੇ ਕਿ ਜਿਹੜੇ ਸਪਿਰਿਟ ਆਫ ਗੋਡ, ਜਿਹੜੇ ਖੁਦਾ ਦੀ ਰੂਹ ਦੇ ਨਾਲ ਦੀ ਜਿਹੜੀ ਕਦਰ ਕਰਦੇ, ਉਹਨਾਂ ਨੂੰ ਫਿਕਰ ਨਹੀਂ ਹੋਣਾ ਚਾਹੀਦਾ, ਕਿਉਂਕਿ ਉਹਨਾਂ ਨੂੰ ਉਸੇ ਵੇਲੇ ਉਹ ਗੱਲ ਬਖਸ਼ੀ ਜਾਊਗੀ, ਉਹਨਾਂ ਨੂੰ ਦਿੱਤੀ ਜਾਊਗੀ ਕਹਿਣ ਲਈ। ਮਤਲਬ ਤੁਸੀਂ ਸਾਨੂੰ ਪਤਾ ਹੀ ਹੈ, ਪੈਸੇ ਤੁਸੀਂ ਤਾਂ ਨਹੀਂ ਬਣਾਏ ਨਾ ਮੈਂ ਬਣਾਏ, ਕਿ ਮੈਂ ਬਣਾਇਆ ਕਾਗਜ਼, ਗਵਰਨਮੈਂਟ ਜਿਹੜੀ ਉਹਦੇ ਕੋਲ ਅਥਾਰਟੀ ਹੈ ਕਿ ਉਹ ਬਣਾਉਂਦੇ ਆ ਨਾ, ਅਸੀਂ ਇਨਸਾਨ ਨਹੀਂ ਬਣਾਉਂਦਾ, ਪਰ ਤੁਸੀਂ ਉਹਨੂੰ ਵਰਤਦੇ ਆ, ਮੈਂ ਵੀ ਉਹਨੂੰ ਵਰਤਦੀ ਹਾਂ, ਹੋਰ ਵੀ ਸਾਰੇ ਉਹਨੂੰ ਵਰਤਦੇ ਆ। ਐਸੇ ਤਰ੍ਹਾਂ ਸਿਆਣਪ ਤੁਸੀਂ ਮੈਂ ਨਹੀਂ ਬਣਾਈ, ਇਹ ਜਿਹੜਾ ਕਰਤਾ ਆ, ਇਹ ਸਾਰੀਆਂ ਚੀਜ਼ਾਂ ਉਹਦੀਆਂ ਆ, ਤੇ ਸਾਨੂੰ ਇਹਦੇ ਵਿੱਚ ਫਿਕਰ ਨਹੀਂ ਸਾਨੂੰ ਦਾ ਕਰਨਾ ਚਾਹੀਦਾ, ਸਾਨੂੰ ਸਿਰਫ ਉਹਦੇ ਵਚਨ ਦੀ ਪਾਲਣਾ ਕਰਨੀ ਚਾਹੀਦੀ ਆ, ਹਨਾ। ਤੇ ਜਿੱਥੇ ਸਾਨੂੰ ਦਿਲ ਲਾਉਣਾ ਚਾਹੀਦਾ ਉਹ ਹੈਗਾ ਵਚਨ। ਅਸੀਂ ਅੱਗੇ ਦੇਖਦੇ ਹਾਂ ਕਿ ਮੈਂ ਤੁਹਾਨੂੰ ਭੇਡਾਂ ਵਾਂਗੂ ਬਘਿਆੜਾਂ ਦੇ ਵਿੱਚ ਭੇਜ ਰਿਹਾ। ਹੁਣ ਤੁਸੀਂ ਦੇਖੋ ਕਿ ਜਦੋਂ ਤੁਸੀਂ ਕਿਸੇ ਜੰਗਲ ਦੇ ਵਿੱਚ ਹੁੰਦੇ ਆ ਤੇ ਉੱਥੇ ਜਿਹੜੇ ਜੰਗਲੀ ਜਾਨਵਰ ਆ, ਉਹ ਓਬਵੀਅਸਲੀ ਜਿਹੜੇ ਸਰੀਰ ਆ ਉਹਨਾਂ ਨੂੰ ਮਾਸ ਦੀ ਲੋੜ ਆ, ਤੇ ਉਹ ਭੁੱਖੇ ਆ ਤਾਂ ਉਹਨਾਂ ਨੂੰ ਖਾ ਸਕਦੇ। ਪਰ ਇੱਥੇ ਸਾਨੂੰ ਐਗਜ਼ਾਮਪਲ ਨਜ਼ਰ ਆਉਂਦੀ ਆ ਡੈਨੀਅਲ ਦੀ,
ਜਦੋਂ ਉਹਨੂੰ ਸ਼ੇਰਾਂ ਦੇ ਪੰਜੇ ਦੇ ਵਿੱਚ ਜਾਣਾ ਪਿਆ। ਤੇ ਉਦੋਂ ਕੀ ਉਹ ਜਿਹੜੇ ਖੁਦਾ ਦੀ ਪੂਜਾ ਹਰ ਵੇਲੇ ਉੱਠ ਕੇ ਕਰਦਾ ਸੀ ਗੋਡੇ ਨਵਾ ਕੇ, ਜਦੋਂ ਅਸੀਂ ਗੋਡੇ ਨਵਾ ਕੇ ਨਾ ਮਤਲਬ ਖੁਦਾ ਦੇ ਅੱਗੇ ਆਪਣਾ ਸਿਰ ਰੱਖਦੇ ਹਾਂ ਤਾਂ ਨਵਾਉਂਦੇ ਹਾਂ, ਤੇ ਜਿੱਦਾਂ ਤੁਸੀਂ ਪਤਾ ਨਹੀਂ ਦੇਖਿਆ ਨਹੀਂ ਹੋਗਾ, ਮੈਂ ਤਾਂ ਦੇਖਿਆ ਕਿਉਂਕਿ ਮੈਂ ਜਿਹੜੀ ਕੰਟਰੀ ਦੇ ਵਿੱਚ ਪੜ੍ਹੀ ਹਾਂ ਉੱਥੇ ਹਰ ਇੱਕ ਜਿਹੜੀ ਕੁੜੀ ਆ ਉਹ ਆਪਣੀ ਸੱਸ ਦੇ ਪੈਰਾਂ ਨੂੰ ਹੱਥ ਲਾਉਂਦੀ ਹੈ, ਤੇ ਸੱਸ ਪਤਾ ਕੀ ਕਰਦੀ, ਦੂਰੋਂ ਨਹੀਂ ਬੋਲਦੀ, ਉਹ ਨੀਵੀਂ ਕੋਡੀ ਹੋ ਕੇ ਉਹਨੂੰ ਚੁੱਕ ਲੈਂਦੀ, ਖੜਾ ਕਰਦੀ ਆ, ਤੇ ਫਿਰ ਉਹਦੇ ਸਿਰ ਤੇ ਵੀ ਪਿਆਰ ਦਿੰਦੀ ਹੈ, ਕਈ ਵਾਰੀ ਗਲੇ ਨਾਲ ਵੀ ਲਾ ਲੈਂਦੀ ਹੈ ਜੇ ਉਹ ਬਾਹਰੋਂ ਕਿਤੇ ਆਏ ਹੋਵੇ ਨਾ। ਇਸ ਤਰ੍ਹਾਂ ਸਹੁਰੇ ਵੀ, ਇਸ ਤਰ੍ਹਾਂ ਹੋਰ ਵੀ ਜਿਹੜੇ ਵੱਡੇ ਲੋਕੀ ਆ, ਤੇ ਮਤਲਬ ਬੜੀ ਇੰਟਰਸਟਿੰਗ ਜਿਹਾ ਹੈਗਾ ਨਾ ਇਹ ਫੀਲਿੰਗ ਆ ਕਿ ਜਦੋਂ ਅਸੀਂ ਖੁਦਾ ਦੇ ਅੱਗੇ ਝੁਕਦੇ ਆ, ਉਹਨੂੰ ਤੁਸੀਂ ਇੱਕ ਤਰ੍ਹਾਂ ਨਾਲ ਝੁਕਦੇ ਤੇ ਉਹ ਵੀ ਸਾਨੂੰ ਕੀ ਕਰਦਾ ਆ, ਉਹ ਗੋਦੀ ਬਿਠਾ ਲੈਂਦਾ ਆ, ਉਹ ਕਈ ਵਾਰੀ ਤੁਹਾਨੂੰ ਚੁੱਕ ਕੇ ਖੜਾ ਕਰਦਾ ਆ, ਹੰਝੂ ਵੀ ਪੂੰਝਦਾ ਆ, ਦੇਖਦਾ ਉਦਾਸ ਚਿਹਰਾ ਕਿ ਇਸ ਕਰਕੇ ਸਾਨੂੰ ਬਹੁਤ ਜ਼ਿਆਦਾ ਜ਼ਰੂਰੀ ਆ ਕਿ ਉਹਦੇ ਨਾਲ ਪਿਆਰ ਕਰਨਾ, ਹਨਾ। ਤੇ ਜਦੋਂ ਤੁਸੀਂ ਇੱਥੇ ਆਪਾਂ ਗੱਲ ਕਰ ਰਹੇ ਸੀਗੇ ਕਿ ਸੱਪਾਂ ਵਰਗੇ ਹੁਸ਼ਿਆਰ ਤੇ ਕਬੂਤਰ ਵਰਗੇ ਭੋਲੇ ਹੋਣਾ, ਤੇ ਮੈਂ ਤੁਹਾਨੂੰ ਬਘਿਆੜਾਂ ਦੇ ਜਿਹੜੇ ਵਿੱਚ ਭੇਡਾਂ ਦੀ ਤਰ੍ਹਾਂ ਭੇਜ ਰਿਹਾ, ਪਰ ਉਹ ਭੇਡਾਂ ਨੂੰ ਤਾਕਤ ਦਿੰਦਾ ਆ ਕਿ ਤੁਸੀਂ ਆਖਾਂ ਮੰਨੋ। ਆਖਾਂ ਮੰਨਣ ਦੀ, ਮਾਸੂਮ ਭੇਡ ਨੂੰ ਇਹ ਕਹੇਗਾ ਕਿ ਤੂੰ ਆਖਾਂ ਮੰਨਣਾ, ਤੂੰ ਮੇਰੇ ਕਹਿਣੇ ਮੰਨਣਾ, ਪਰ ਸਹੀ ਗੱਲ ਦਾ ਕਹਿਣਾ ਮੰਨਣਾ, ਨਹੀਂ ਕਿ ਬੁਰੀ ਗੱਲ ਦਾ ਕਹਿਣਾ ਮੰਨ ਕੇ ਮਤਲਬ ਜਿੱਦਾਂ ਹੁਣ ਗੱਡੀ ਦੀ ਲਾਈਨ ਹੈਗੀ ਹੈ, ਜਿੱਥੋਂ ਗੱਡੀ ਚੱਲਣਾ ਤਾਂ ਗੱਡੀ ਦੀ ਲਾਈਨ ਦੇ ਸਿੱਧਾ ਤੁਰੀ ਜਾਵੇਂ ਅੱਖਾਂ ਮੀਟ ਕੇ, ਤੇ ਉਹ ਗੱਡੀ ਦੇ ਮਤਲਬ ਖਤਮ ਕਰਦੇ ਵਕਤ ਤੋਂ ਪਹਿਲਾਂ ਨਹੀਂ। ਕਹਿਣਾ ਮੰਨਣਾ ਹੈ, ਪਾਕ ਰੂਹ ਦੇ ਨਾਲ ਜੁੜਨਾ ਹੈ, ਉਹਦੀ ਜਿਹੜੀ ਤੁਹਾਨੂੰ ਕੰਮ ਜਿਹੜਾ ਕਰਨਾ ਤੁਹਾਨੂੰ ਉਸ ਵੇਲੇ ਦੱਸਿਆ ਜਾਊਗਾ। ਤੇ ਜਿਹੜੇ ਸੱਪ ਰਹਿ ਗਏ, ਜਿਹੜੇ ਰਹਿ ਗਏ ਕਿ ਹੁਸ਼ਿਆਰੀ, ਜਿਹੜੇ ਹੈਗੇ ਬਘਿਆੜ, ਉਹਨਾਂ ਦੇ ਮੂੰਹ ਖੁਦਾ ਬੰਦ ਕਰੂਗਾ ਉਦੋਂ ਜਦੋਂ ਉਹਨੇ ਡੈਨੀਅਲ ਦੇ ਮਤਲਬ ਵੇਲੇ ਤੇ ਬੰਦ ਕੀਤੇ ਸ਼ੇਰਾਂ ਦੇ ਮੂੰਹ, ਉਹਨਾਂ ਨੂੰ ਕਰੂਗਾ ਬੰਦ। ਪਰ ਤੂੰ ਕਹਿਣਾ ਮੰਨਣਾ ਖੁਦਾ ਦਾ, ਤੇ ਤੂੰ ਤੁਰੀ ਰਹਿਣਾ, ਤੇ ਉਹਨੇ ਤੈਨੂੰ ਕੀ ਕਹਿਣਾ ਆਪੇ ਦੱਸ ਦੇਣਾ, ਹਨਾ। ਤੇ ਤੇਰੇ ਲਈ ਜਿਹੜੇ ਸ਼ੇਰਾਂ ਦੇ ਮੂੰਹ ਆ ਉਹ ਆਪੇ ਬੰਦ ਹੋ ਜਾਣੇ। ਮਤਲਬ ਖੁਦਾ ਉਹ ਹਿੰਮਤ ਰੱਖਦਾ ਕਿ ਉਹਨਾਂ ਦੇ ਮੂੰਹ ਨੂੰ ਏਦਾਂ ਬੰਦ ਕਰਦੇ ਤੇ ਸੁਪਰ ਗਲੂ ਲੱਗ ਜਾਂਦਾ, ਚਾਹ ਕੇ ਵੀ ਨਾ ਖੁੱਲਣਾ ਨਾ। ਉਹ ਆਪਾਂ ਦੇਖਿਆ, ਆਪਾਂ ਪੜ੍ਹਿਆ ਡੈਨੀਅਲ ਦੇ ਵਿੱਚ ਹੋਇਆ ਨਾ। ਸੋ ਇਸ ਕਰਕੇ ਤੁਸੀਂ ਹੁਸ਼ਿਆਰ ਰਹਿਣਾ ਆ, ਤੇ ਮਤਲਬ ਤੁਹਾਨੂੰ ਵਚਨ ਤੋਂ ਨਹੀਂ ਤੁਸੀਂ ਟਾਲ ਸਕਦੇ ਨਾ। ਅਸੀਂ ਇਹਨੂੰ ਮਤਲਬ ਰਸੂਲਾਂ ਦੇ ਕਰਤਾ ਜਿਹਨੂੰ ਆਪਾਂ ਕਹਿੰਦੇ ਆ ਰਸੂਲ ਹੀ ਕਹਿੰਦੇ ਮੇਰਾ ਖਿਆਲ ਹੈ ਨਾ, ਜਾਂ ਫਿਰ ਚੇਲੇ ਵੀ ਕਹਿ ਦਿੰਦੇ ਆ। ਉਹਨਾਂ ਦੇ 8ਵੇਂ ਚੈਪਟਰ ਦੀ ਤੀਸਰੀ ਐਕਟਸ ਕਹਿੰਦੇ ਇੰਗਲਿਸ਼ ਹੈ ਨਾ, 8ਵੇਂ ਚੈਪਟਰ ਦੀ ਅਸੀਂ ਤੀਸਰੀ ਆਇਤ ਵਿੱਚ ਦੇਖ ਸਕਦੇ, 12ਵੇਂ ਚੈਪਟਰ ਦੀ ਪਹਿਲੀ ਤੇ ਦੂਜੀ ਆਇਤ ਦੇਖ ਸਕਦੇ। ਮਤਲਬ ਹਜ਼ਾਰਾਂ ਦੇ ਹਜ਼ਾਰਾਂ ਕਰੋੜਾਂ ਦੇ ਮਤਲਬ ਜਿਹੜੇ ਕ੍ਰਿਸਚੀਅਨ ਮਤਲਬ ਜਿਹੜੇ ਉਹ ਉਸ ਵੇਲੇ ਕ੍ਰੂਸੀਫਾਈ ਕਰ ਦਿੱਤੇ ਗਏ ਸੀ ਸਿਰਫ ਐਸ ਕਰਕੇ ਕਿ ਉਹ ਖੁਦਾ ਦੇ ਨਾਲੋਂ ਨਹੀਂ ਮੁੜੇ, ਹਨਾ। ਕਿਉਂਕਿ ਉਹਨਾਂ ਦਾ ਟਾਈਮ ਜਿਹੜਾ ਨਾ ਉਸ ਤਰੀਕੇ ਦੇ ਨਾਲ ਖੁਦਾ ਨੇ ਉਹਨਾਂ ਨੂੰ ਆਪਣੇ ਕੋਲ ਲੈ ਕੇ ਜਾਣਾ ਸੀ, ਉਹਨਾਂ ਲਈ ਉੱਥੇ ਬਚ ਜਾ ਕੇ ਰਹਿਣਾ ਹੋਰ ਖਤਰਨਾਕ ਖਤਰੇ ਦੇ ਵਿੱਚ ਪੈਣਾ ਸੀਗਾ, ਤੇ ਇਹਨਾਂ ਨੂੰ ਉਸ ਤਰੀਕੇ ਦਾ ਉਹਨਾਂ ਨੂੰ ਲੈ ਕੇ ਜਾਣਾ ਇਹ ਖੁਦਾ ਦੀ ਉਹਨਾਂ ਲਈ ਪਲੈਨਿੰਗ ਸੀਗੀ। ਜਿਸ ਤਰ੍ਹਾਂ ਹੁਣ ਸਾਨੂੰ ਕਿਸੇ ਨੂੰ ਨਹੀਂ ਪਤਾ ਕਿ ਅਸੀਂ ਕਿਸ ਤਰ੍ਹਾਂ ਖੁਦਾ ਦੇ ਕੋਲ ਜਾਣਾ, ਉਹਨੇ ਸਾਨੂੰ ਆਪਣੇ ਕੋਲ ਕਿੱਦਾਂ ਲੈ ਕੇ ਜਾਣਾ, ਇਹ ਉਹਦਾ ਹੀ ਰਾਹ ਹੈ। ਵੀ ਡੋਂਟ ਨੀਡ ਟੂ ਨੋ, ਇਹ ਸਾਡਾ ਨੀਡ ਟੂ ਨੋ ਬਿਜ਼ਨਸ ਹੈਗਾ ਕਿ ਯੂ ਡੋਂਟ ਨੀਡ ਟੂ ਨੋ ਦੈਟ। ਜਦੋਂ ਹੁਣ ਕਈ ਵਾਰੀ ਛੋਟੇ ਬੱਚੇ ਨੂੰ ਕਹਿ ਦਿੱਤਾ ਜਾਂਦਾ ਨਾ ਕਿ ਤੁਸੀਂ ਪਰੇ ਚਲੇ ਜਾਓ ਕਿਉਂਕਿ ਇਹ ਤੁਹਾਡੇ ਕੰਮ ਦੀ ਗੱਲ ਨਹੀਂ ਹੈਗੀ, ਇਸੇ ਤਰ੍ਹਾਂ ਇਹ ਸਾਡੇ ਕੰਮ ਦੀ ਗੱਲ ਨਹੀਂ ਹੈਗੀ, ਇਹ ਖੁਦਾ ਦੇ ਕੰਮ ਦੀ ਗੱਲ ਹੈ। ਬਸ ਸਾਡਾ ਦਿਮਾਗ ਉੱਥੇ ਨਹੀਂ ਜਾਣਾ ਚਾਹੀਦਾ ਨਾ, ਐਵੇਂ ਬਿਨਾਂ ਵਜ੍ਹਾ ਸਾਨੂੰ ਉੱਥੇ ਭਾਰ ਨਹੀਂ ਪਾਉਣਾ ਚਾਹੀਦਾ ਨਾ। और कुछ लोग क्यों बच्चे मना नहीं करते चुगलियां सुनने तो, कुछ लोग क्या ताकि बिना वजह उन्होंने बेचारे दे दिमाग दे प्री मैडिटेटिंग दी थां ते गलत चीज़ां पाई जांदे आ ना। वो हर वेले उन्होंने दिमाग में चाह के भी फिर प्रे नहीं कर सकते क्योंकि हर वेले दूजे जिहड़े ख्याल उन्होंने दिमाग टक 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 करके उन्होंने परेशान करते ना। जिद्दां पॉपकॉर्नस बनाए तुसीं कदी जदों तुसीं तेल दे विच जां घिओ दे विच थोड़े जिहे जिहड़े मक्की दे सख्त जिहड़े दाणे हुंदे जिन्हों स्टोन भी कहंदे स्टोन ऑफ कॉर्न ਤੇ ਉਹਨਾਂ ਨੂੰ ਪਾ ਦਈਏ ਤੇ ਉਹ ਥੱਲੇ ਥੋੜੀ ਜਿਹੀ ਅੱਗ ਗੈਸ ਕਰ ਦਈਏ ਤੇ ਉਹ ਫਿਰ ਪੜਕ 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 ਕਰਕੇ ਫੁੱਲਦੇ, ਏਦਾਂ ਉਹ ਖਿਆਲ ਤੁਹਾਡੇ ਦਿਮਾਗ 'ਚ ਪੜਕ ਪੜਕ ਕਰਕੇ ਆਉਂਦੇ ਰਹਿੰਦੇ। ਪਰ ਜੇ ਤੁਸੀਂ ਨਹੀਂ ਉਹਨਾਂ ਨੂੰ ਪਰੇ ਕੀਤਾ ਹੋਇਆ ਹੋਊਗਾ ਤੇ ਉਹ ਖਿਆਲ ਉਹਨਾਂ ਦੇ ਸਿਰ 'ਚ ਵੀ ਨਹੀਂ ਆਉਣਗੇ, ਤੁਹਾਡੇ 'ਚ ਵੀ ਨਹੀਂ ਆਉਣਗੇ, ਹਨਾ, ਮੇਰੇ 'ਚ ਵੀ ਨਹੀਂ ਆਉਣਗੇ। ਸੋ ਇਸ ਤਰ੍ਹਾਂ ਅਸੀਂ ਅੱਗੇ ਦੇਖਦੇ ਹਾਂ ਕਿ ਨਰਕ ਦੀ ਗੱਲ ਹੋਈ ਆ ਕਿ ਮੈਨੀ ਪੀਪਲ ਆਰ ਸੇਇੰਗ ਦ ਹੈਲ ਇਜ਼, ਕਈ ਲੋਕ ਕੀ ਆ ਵੀ ਕਹਿੰਦੇ ਆ ਕਿ ਜਿਹੜਾ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਨਸ਼ਾ ਹੈਗਾ ਆ, ਭਾਵੇਂ ਉਹ ਚਿੱਟਾ ਆ, ਇੰਡੀਆ ਸਾਈਡ ਦੇ ਲੋਕੀ ਉਹਨੂੰ ਚਿੱਟਾ ਕਹਿੰਦੇ ਆ, ਇੱਥੇ ਦੇ ਲੋਕੀ ਉਹਨੂੰ ਹੈਰੋਇਨ ਕਹਿੰਦੇ ਆ, ਤਾਂ ਮਤਲਬ ਤੁਸੀਂ ਵੀ ਸ਼ਾਇਦ ਇਹੀ ਹੈਰੋਇਨ ਹੀ ਕਹਿੰਦੇ ਹੋਗੇ, ਪਾਊਡਰ ਵੀ ਕਹਿ ਦਿੰਦੇ ਆ ਨਾ, ਮੈਂ ਸੁਣਿਆ ਸੀ। ਪਰ ਮਤਲਬ ਜਿਹੜੇ ਜਿੱਦਾਂ ਲੋਕਾਂ ਨੂੰ ਉਦਾਂ ਦੀਆਂ ਚੀਜ਼ਾਂ ਲੱਗੀਆਂ ਹੋਈਆਂ ਉਹਨਾਂ ਲਈ ਇੱਥੇ ਨਰਕ, ਲੋਕੀ ਕਹਿੰਦੇ ਕਿ ਉਹਨਾਂ ਦੀ ਜ਼ਿੰਦਗੀ ਇੱਥੇ ਹੀ ਨਰਕ ਆ।
पर ਇੱਥੇ जिन्हां ਨੂੰ ਉਹ ਚੀਜ਼ਾਂ ਦੀਆਂ ਆਦਤਾਂ ਲੱਗੀਆਂ ਹੋਈਆਂ, ਝੂਠ ਦੀਆਂ, ਚੋਰੀ ਦੀਆਂ, ਉਦਾਂ ਦੀਆਂ ਚੀਜ਼ਾਂ ਦੀਆਂ, ਹੋਰ ਵੀ ਵਿਚਾਰ ਦੀਆਂ, ਅੱਖਾਂ ਨਾਲ ਵੀ ਵਿਚਾਰ ਕਰਦੇ ਜਿਹੜੇ ਲੋਕੀ, ਪਰ ਇਹਦੇ ਤੋਂ ਕੋਈ ਛੁਟਕਾਰਾ ਹੈਗਾ ਆ। ਆਪਾਂ ਇਹਦੀ ਗੱਲ ਕਰਨੀ ਅੱਜ, ਹਨਾ। ਉਹ ਇਹਨੂੰ ਛੱਡ ਸਕਦੇ ਆ, ਪਰ ਉਹ ਛੱਡਣ ਲਈ ਉਹਨਾਂ ਨੂੰ ਆਪਣੇ ਜਿਸਮ ਨੂੰ ਕੰਟਰੋਲ ਦੇ ਵਿੱਚ ਲੈ ਕੇ ਆਉਣਾ ਪਊਗਾ, ਜਿਸਮ ਨੂੰ ਮਤਲਬ ਖੁਦਾ ਦੇ ਕੰਟਰੋਲ 'ਚ ਲੈ ਕੇ ਆਉਣਾ ਪਊਗਾ ਨਾ। ਪਰ ਜਿਹੜਾ ਉਹ ਨਰਕ ਆ, ਉੱਥੋਂ ਤੁਹਾਡਾ ਛੁਟਕਾਰਾ ਹੈ ਨਹੀਂ। ਇਹ ਫਰਕ ਹੈਗਾ। ਉਹ ਉਸ ਨਰਕ ਚੋਂ ਤੁਸੀਂ ਨਹੀਂ ਛੁੱਟ ਸਕਦੇ, ਇਸ ਨਰਕ ਦੇ ਵਿੱਚੋਂ ਜਿਹਦੀ ਉਹ ਗੱਲ ਕਰਦੇ ਹੈ ਤਾਂ ਉਹ ਵੀ ਬਹੁਤ ਔਖਾ, ਪਰ ਉਹ 'ਚ ਤੁਸੀਂ ਤੁਹਾਡਾ ਵੇ ਆਊਟ ਹੈ ਆ। ਕੀ ਕਿਹਾ ਗਿਆ ਕਿ ਸਵਰਗ ਰਾਜ ਨੇੜੇ ਆ ਗਿਆ, ਤੁਹਾਡੇ ਕੋਲ ਪਹੁੰਚ ਗਿਆ। ਜੇ ਤੁਹਾਡੇ ਕੋਲ ਪਹੁੰਚ ਗਿਆ ਤੇ ਤੁਸੀਂ ਉਸ ਤੋਂ ਆਪਣੇ ਆਪ ਨੂੰ ਟ੍ਰੇਨ ਕਰ ਸਕਦੇ ਆ ਕਿ ਉੱਥੋਂ ਪਰੇ ਕਿੱਦਾਂ ਕਰਨਾ ਨਾ। ਬਖਸ਼ਿਸ਼ ਉਹਦੇ ਦੇ ਨਾਲ ਹੀ ਡੈਫੀਨਿਟਲੀ ਹੋਊਗਾ। ਤੁਸੀਂ ਇਹਨੂੰ ਲੂਕਾ 16 ਦੀ 22 ਤੋਂ ਲੈ ਕੇ 24 ਬਿਲਕੁਲ ਪੜ੍ਹ ਸਕਦੇ ਹੋ। ਤੁਹਾਨੂੰ ਪਤਾ ਇਹਦੇ 'ਚ ਇਹੀ ਚੀਜ਼ਾਂ ਤੁਹਾਨੂੰ ਤੁਹਾਡੇ ਲਈ ਜ਼ਰੂਰੀ ਹੈ ਕਿ ਤੁਸੀਂ ਇਹਨੂੰ ਪੜ੍ਹੋ, ਡੈਫੀਨਿਟਲੀ ਤੁਸੀਂ ਪੜ੍ਹੋ, ਹਨਾ, ਤਾਂ ਕਿ ਇਹ ਅੱਛਾ ਆ। ਤੇ ਜੇ ਇੱਥੇ ਅੱਗੇ ਸਾਨੂੰ ਕਹਿੰਦੇ ਕਿ ਖੁਦਾ ਯਿਸੂ ਮਸੀਹ ਕਹਿੰਦੇ ਆ ਕਿ ਮਤਲਬ ਜਿਹੜਾ ਨਹੀਂ ਕਨਫੈਸ ਕਰੂਗਾ ਨਾ, ਮਤਲਬ ਨਹੀਂ ਇਕਰਾਰ ਕਰੂਗਾ ਤਾਂ ਉਹਨਾਂ ਦਾ ਉਹ ਵੀ ਨਹੀਂ ਇਕਰਾਰ ਕਰਨਗੇ। ਤੇ ਜਿਹੜਾ ਇਕਰਾਰ ਇੱਥੇ ਖੁਦਾ ਯਿਸੂ ਦਾ ਕਰਦਾ ਆ, ਖੁਦਾ ਯਿਸੂ ਮਸੀਹ ਨੂੰ ਆਪਣਾ ਮੁਕਤੀਦਾਤਾ, ਆਪਣਾ ਨਜਾਤ ਦੇਹਿੰਦਾ ਮੰਨਦਾ ਹੈ, ਤੇ ਉਹ ਵੀ ਪਿਤਾ ਸਾਹਮਣੇ ਇੱਕ ਬਹੁਤ ਵੱਡੇ ਬੈਰਿਸਟਰ ਦਾ ਕੁਛ ਵੀ ਚੀਜ਼ ਨਹੀਂ। ਉਹ ਜਿਹੜਾ ਤੁਹਾਡੇ ਲਈ ਕੇਸ ਫਾਈਟ ਕਰਦਾ ਹੁੰਦਾ, ਉਹ ਤੁਹਾਨੂੰ ਤੁਹਾਡਾ ਕੇਸ ਫਾਈਟ ਕਰਨਗੇ, ਹਨਾ। ਸੋ ਅਸੀਂ ਇੱਥੇ ਕਿ ਦੇਖਦੇ ਕਿ ਇੱਥੇ ਸਾਨੂੰ ਸਾਫ਼ ਹੀ ਕਿਹਾ ਕਿ ਮੈਂ ਤਲਵਾਰ ਜਿਹੜੀ ਆ ਉਹ ਚਲਾਉਣਾ ਆ। ਤਲਵਾਰ ਕਾਹਦੀ? ਲਫ਼ਜ਼ ਦੀ, ਜਿਹੜੀ ਹੁਣ ਆਪਾਂ ਗੱਲ ਕਰ ਰਹੇ ਹਾਂ, ਵਚਨ ਦੀ ਤਲਵਾਰ ਨਾ, ਵਿਚਾਰਾਂ ਨੂੰ, ਜਿਹੜੇ ਗਲਤ ਵਿਚਾਰਾਂ ਨੂੰ ਕੱਟ ਵੱਢ ਦੀ ਤਲਵਾਰ। ਅਸੀਂ ਇਹਨੂੰ ਯਸਾਇਆ 48 ਦੀ 22ਵੀਂ ਆਇਤ 'ਚ ਦੇਖ ਸਕਦੇ ਹਾਂ, ਤੇ ਗੋਸਪਲ ਆਫ ਜੌਨ ਜਿਹੜਾ ਯਹੂਨਾ ਦੀ ਅੰਜੀਲ ਦੀ 24ਵੇਂ ਚੈਪਟਰ ਦੀ 14ਵੀਂ ਆਇਤ 14 ਆਇਤ ਨੂੰ 14 ਚੈਪਟਰ ਦੀ 27ਵੀਂ ਆਇਤ ਦੇਖ ਸਕਦੇ, 14 ਚੈਪਟਰ 14 27ਵੀਂ ਆਇਤ, ਤੇ ਰੋਮਨ ਜਿਹੜਾ ਉਹਦੇ 5ਵੇਂ ਚੈਪਟਰ ਦੀ ਅਸੀਂ ਪਹਿਲੀ ਆਇਤ ਦੇ ਵਿੱਚ ਇਹਨੂੰ ਦੇਖ ਸਕਦੇ ਹਾਂ। ਕੁਛ ਚੀਜ਼ਾਂ ਹੈਗੀਆਂ ਜਿਹੜੀਆਂ ਇਹ ਤੋਂ ਬਿਨਾਂ ਮੈਂ ਤੁਹਾਨੂੰ ਸਾਂਝੀਆਂ ਕਰਨੀਆਂ ਅੱਜ। ਮੈਂ ਚਾਹੁੰਦੀ ਹਾਂ ਕਿ ਤੁਸੀਂ ਧਿਆਨ ਨਾਲ ਸੁਣੋ, ਕਿਉਂਕਿ ਮੈਂ ਹੁਣੇ ਤੁਹਾਨੂੰ ਕਿਹਾ ਆ ਕਿ ਅਗਰ ਤੁਸੀਂ ਧਿਆਨ ਨਾਲ ਸੁਣਦੇ ਹੋਵੋਗੇ ਤੁਹਾਨੂੰ ਪਤਾ ਮੈਂ ਕਿਹਾ ਸੀ ਕਿ ਅਸੀਂ ਖਿਆਲਾਂ ਦੀ ਛਾਣਬੀਨ ਕਰਨਾ ਸਿੱਖਣਾ ਆ। ਕਿਉਂਕਿ ਆਪਾਂ ਕਹਿ ਕੇ ਹਟਿਆ ਕਿ ਵੀ ਦੇਖਿਆ ਕਿ ਕਿਸ ਤਰ੍ਹਾਂ ਜਿਹੜਾ ਇੱਥੋਂ ਦਾ ਜਿਹੜਾ ਨਰਕ ਆ ਉਹਦੇ ਤੋਂ ਕਿਸ ਤਰ੍ਹਾਂ ਛੁੱਟਿਆ ਜਾ ਸਕਦਾ, ਕਿਹੜੀ ਚੀਜ਼ ਆ ਜਿਹਦੇ ਨਾਲ ਅਸੀਂ ਇੱਥੋਂ ਦੇ ਜਿਹੜਾ ਨਰਕ ਆ ਉਹਦੇ ਤੋਂ ਛੁੱਟ ਸਕਦੇ ਹਾਂ। ਮੇਰੇ ਨਾਲ ਤੁਸੀਂ ਕੱਢ ਲਵੋ ਚੈਪਟਰ ਫਿਲਪੀਨ, ਆਪਾਂ ਉਹਦੇ ਵਿੱਚ ਕੁਝ ਚੀਜ਼ਾਂ ਦੇਖਣੀਆਂ ਆ ਜਿਹੜੀਆਂ ਤੁਹਾਡੇ ਲਈ ਇੱਕ ਤਰ੍ਹਾਂ ਦੇ ਨਾਲ ਇੱਕ ਮੈਂ ਕਹੂੰਗੀ ਕਿ ਇੰਜੈਕਸ਼ਨ ਆ। ਤੁਸੀਂ ਉਹਦੇ ਜਿਹਦੇ ਲਾ ਦਿੱਤਾ ਨਾ ਤੇ ਉਹਨੇ ਠੀਕ ਹੋਣਾ ਹੀ ਹੋਣਾ ਆ। ਪਰ ਇਹ ਵਰਡਸ ਦਾ ਇੰਜੈਕਸ਼ਨ ਆ। ਅਸੀਂ ਨਾ ਚੌਥਾ ਫਿਲਿਪੀਆਂ ਉਹਦੀ ਅਸੀਂ 6ਵੀਂ ਆਇਤ ਤੋਂ ਦੇਖਣਾ ਹੈ। ਅਸੀਂ ਗਲਤ ਖਿਆਲਾਂ ਦੀ ਛਾਣਬੀਨ ਕਰਨ ਲੱਗੇ ਕਿ ਜਦੋਂ ਆਪਾਂ ਨਰਕ ਦੇ ਰਾਜ ਦੀ ਗੱਲ ਕੀਤੀ ਕਿ ਜਿਹੜਾ ਦੁਨੀਆ ਦੇ ਉੱਤੇ ਨਰਕ ਦਾ ਰਾਜ ਉਦੋਂ ਹੁੰਦਾ ਜਦੋਂ ਲੋਕੀ ਗਲਤ ਚੀਜ਼ਾਂ ਖਾਣ ਪੀਣ ਲੱਗ ਜਾਂਦੇ ਆ, ਤੇ ਮਾਵਾਂ ਜਿਹੜਾ ਉਹਨਾਂ ਦਾ ਵਸ ਨਹੀਂ ਚੱਲਦਾ, ਘਰ ਤੋਂ ਉਹਨਾਂ ਨੂੰ ਬਾਹਰ ਬੇਘਰ ਕਰ ਦਿੱਤਾ ਜਾਂਦਾ, ਕਿਉਂਕਿ ਉਹਨਾਂ ਦੀ ਜਿਹੜੀ ਸੋਚ ਆ ਉਹ ਵਿਚਾਰਿਆ ਉਹ ਰੇਪ ਹੋ ਗਈ ਹੁੰਦੀ, ਰੇਪ ਆਫ ਹੋ ਗਈ ਹੁੰਦੀ, ਕਿਉਂਕਿ ਉਹਨਾਂ ਨੂੰ ਕੋਈ ਸਮਝ ਨਹੀਂ। ਪਰ ਅਸੀਂ ਉਹਨਾਂ ਨੂੰ ਕਿੱਦਾਂ ਜਿਹੜਾ ਨਾ ਅਸੀਂ ਕਿੱਦਾਂ ਕਬਜ਼ੇ ਵਿੱਚ ਖੁਦਾਵੰਦ ਯਿਸੂ ਮਸੀਹ ਦੀ ਮਦਦ ਦੇ ਨਾਲ ਅਸੀਂ ਆਪਣੀ ਉਸ ਵਿਚਾਰਧਾਰਾ ਨੂੰ ਕਿੱਦਾਂ ਕੱਟ ਸਕਦੇ ਹਾਂ। ਇਹਦਾ ਮਤਲਬ ਹਰਗਿਜ਼ ਇਹ ਨਹੀਂ ਕਿ ਸ਼ੈਤਾਨ ਹਟ ਜਾਊਗਾ ਤੁਹਾਨੂੰ ਪਰੇਸ਼ਾਨ ਕਰਨ, ਪਰ ਤੁਸੀਂ ਸ਼ੈਤਾਨ ਨੂੰ ਕੰਟਰੋਲ ਕਰਨ ਲਈ ਆਪਣੇ ਹੱਥ ਦੇ ਵਿੱਚ ਉਹ ਟੂਲ ਜਿਹੜਾ ਹਥਿਆਰ ਆ ਆਪਾਂ ਉਹ ਦੇਖਣਾ, ਹਨਾ। ਫਿਲਿਪੀਆਂ ਚੈਪਟਰ 4 ਦੇ ਪਛੀਨੇ ਪੜ੍ਹਨ ਲੱਗੇ ਆ। ਪ੍ਰਭੂ ਨੇੜੇ ਹੈ। ਇੰਟਰਸਟਿੰਗ ਇਜ਼ਨਟ ਇਟ, ਬਿਊਟੀਫੁਲ ਇਜ਼ਨਟ ਇਟ। ਖੁਦਾ ਨੇੜੇ, ਆਪਾਂ ਪਹਿਲਾਂ ਇਹ ਕਿੱਥੇ ਨਹੀਂ ਸੁਣਨਾ ਨੇੜੇ ਹੈ। ਪ੍ਰਭੂ ਨੇੜੇ ਹੈ, ਪਰਮੇਸ਼ਰ ਨੇੜੇ ਹੈ, ਕਿਸੇ ਗੱਲ ਦੀ ਚਿੰਤਾ ਨਾ ਕਰੋ। ਪਰਮੇਸ਼ਰ ਨੇੜੇ ਹੈ, ਪ੍ਰਭੂ ਨੇੜੇ ਹੈ, ਖੁਦਾ ਨੇੜੇ, ਤੁਸੀਂ ਜੋ ਵੀ ਮਰਜ਼ੀ ਕਹਿ ਲਓ, ਰੱਬ ਨੇੜੇ ਹੈ, ਪ੍ਰਭੂ ਨੇੜੇ ਹੈ, ਕਿਸੇ ਗੱਲ ਦੀ ਚਿੰਤਾ ਨਾ ਕਰ, ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਤੇ ਬੇਨਤੀਆਂ ਧੰਨਵਾਦ ਨਾਲ ਪਰਮੇਸ਼ਰ ਅੱਗੇ ਕੀਤੀਆਂ ਜਾਣ। ਪ੍ਰਭੂ ਨੇੜੇ ਹੈ, ਕਿਸੇ ਗੱਲ ਦੀ ਚਿੰਤਾ ਨਾ ਕਰ, ਸਗੋਂ ਹਰ ਗੱਲ ਦੇ ਵਿੱਚ ਤੇਰੀ ਪ੍ਰਾਰਥਨਾ, ਬੇਨਤੀ, ਧੰਨਵਾਦ ਸਣੇ ਖੁਦਾ ਬਾਪ ਦੇ ਅੱਗੇ ਕੀਤੀ ਜਾਵੇ। ਪਰਮੇਸ਼ਰ ਦੀ ਸ਼ਾਂਤੀ, ਪ੍ਰਭੂ ਦੀ ਸ਼ਾਂਤੀ, ਸੁਖ ਸ਼ਾਂਤੀ ਸਾਡੀ ਸਮਝ ਤੋਂ ਪਰੇ ਹੈ। ਆ ਗਈ ਨਾ ਹੁਣ ਗੱਲ ਟਿਕਾਣੇ ਤੇ। ਤੁਸੀਂ ਕਹੋਗੇ ਇੱਥੇ ਤਾਂ ਅੱਗ ਲੱਗੀ ਹੋਈ ਆ, ਇੱਥੇ ਤਾਂ ਲੋਕੀ ਧਮਾਲਾਂ ਪਾਈ ਜਾਂਦੇ ਆ, ਇੱਥੇ ਤਾਂ ਲੋਕੀ ਇੱਕ ਦੂਜੇ ਨੂੰ ਮਾਰਨ ਲੱਗੇ, ਜੇ ਫਸ ਗਏ ਤਾਂ ਦੱਸਿਓ, ਰੱਬ ਨਾ ਕਰੇ। ਤੇ ਇਹ ਕਿੱਦਾਂ ਦੀ ਸ਼ਾਂਤੀ ਨੇੜੇ? ਇੱਥੇ ਕਿਹਾ ਗਿਆ ਆ ਕਿ ਪਰਮੇਸ਼ਰ ਦੀ ਸ਼ਾਂਤੀ ਤੁਹਾਡੀ ਸਾਰੀ ਸਮਝ ਤੋਂ ਪਰੇ ਆ ਭਾਈ, ਤੁਹਾਨੂੰ ਉਹਦੀ ਸਮਝ ਨਹੀਂ, ਐਕਚੁਅਲੀ ਉਹ ਨੇੜੇ ਹੀ ਆ ਤੁਹਾਡੇ, ਹਨਾ।
ਇੱਥੇ ਮਸੀਹ ਯਸੂ ਵਿੱਚ ਤੁਹਾਡੇ ਮਨਾਂ, ਮਸੀਹ ਯਸੂ ਵਿੱਚ ਤੁਹਾਡੇ ਮਨਾਂ ਤੇ ਸੋਚਣ ਦੀ ਰਾਖੀ ਹੋਵੇਗੀ। ਕਿੱਦਾਂ ਰਾਖੀ ਹੋਵੇਗੀ? ਆਪਾਂ ਗੱਲ ਕੀਤੀ ਨਾ ਛਾਣਬੀਣ ਕਰਨ ਦੀ ਖਿਆਲਾਂ ਨੂੰ, ਕਿ ਆਪਾਂ ਉਹਨਾਂ ਨੂੰ ਹੁਣ ਕਿੱਦਾਂ, ਪ੍ਰਭੂ ਯਸੂ ਵਿੱਚ ਤੁਹਾਡੇ ਮਨਾਂ ਤੇ ਸੋਚਾਂ ਦੀ ਰਾਖੀ ਹੋਵੇਗੀ। ਮੁੱਕਦੀ ਗੱਲ ਇਹ ਕਿ ਭਰਾਵੋ ਜਿਹੜੀਆਂ ਗੱਲਾਂ ਸੱਚੀਆਂ ਹਨ, ਆਪਾਂ ਕੱਲ ਵੀ ਇੱਕ ਸੱਚ ਦੀ ਗੱਲ ਕੀਤੀ ਸੀ ਕਿ ਸੱਚ ਉੱਤੇ ਖੜੇ ਰਹਿਣਾ ਜ਼ਰੂਰੀ। ਮਰ ਜੋ ਕੀ ਹੈ, ਇੱਕੋ ਵਾਰੀ ਮਰਨਾ ਭਾਈ, 10-15 ਵਾਰੀ ਤਾਂ ਨਹੀਂ ਮਰਨਾ, ਇੱਕ ਜ਼ਿੰਦਗੀ 'ਚ ਇੱਕੋ ਵਾਰੀ ਮਰੋਗੇ, ਹਨਾ। ਸੱਚੀਆਂ ਜ਼ਿੰਦਗੀਆਂ, ਇਹ ਸੱਚੀ ਗੱਲ ਇਹ ਹੈਗੀ ਕਿ ਜਿਹੜੀਆਂ ਗੱਲਾਂ ਆਦਰਯੋਗ ਆ, ਜਿਹੜੀਆਂ ਗੱਲਾਂ ਸੱਚੀਆਂ ਟਰੂ ਆ, ਜਿਹੜੀਆਂ ਆਦਰਯੋਗ, ਇਹਨਾਂ ਨੂੰ ਆਪਾਂ ਰਿਸਪੈਕਟ ਦੇ ਨਾਲ ਡਾਈਜੈਸਟ ਕਰ ਸਕਦੇ ਹਾਂ, ਹਨਾ। ਆਦਰਯੋਗ ਜਿਹੜੀਆਂ ਯਥਾਰਥ ਹਨ, ਜਿਹੜੀਆਂ ਸਾਨੂੰ ਪ੍ਰੈਕਟੀਕਲ ਪ੍ਰਤੀਗਿਆ ਨਾਲ ਭਰੀਆਂ ਹੋਈਆਂ, ਮਤਲਬ ਕਿ ਯਥਾਰਥ ਆਪਾਂ ਕਹਿ ਸਕਦੇ ਕਿ ਪ੍ਰਤੀਗਿਆ ਕਿਸੇ ਗੱਲ ਦੀ, ਮਤਲਬ ਉਹਦੀ ਤੁਸੀਂ ਉਹਦੀ ਭਾਵਨਾ 'ਚ ਆ ਜਾਣਾ, ਭਾਵਨਾ ਦੇ 'ਚ ਆ ਜਾਣਾ। ਤੁਸੀਂ ਕਹਿੰਦਾ ਕਿ ਹਾਂ ਮੈਂ ਆਹ ਹੁਣੇ ਕਰਨਾ, ਜੋ ਮਰਜ਼ੀ ਹੋ ਜਾਵੇ ਮੈਂ ਤਾਂ ਕਰੂੰਗਾ, ਹਨਾ। ਮਤਲਬ ਉਹਨੂੰ ਕਹਿੰਦੇ ਯਥਾਰਥ ਪ੍ਰਤੀਗਿਆ, ਹਨਾ। ਜਿਹੜੇ ਸ਼ੁੱਧ ਹਨ, ਮਤਲਬ ਜਿਹੜੇ ਪਿਓਰ ਆ, ਜਿਹੜੇ ਪਿਓਰਿਟੀ ਨਾਲ ਭਰੀਆਂ ਹੋਈਆਂ, ਜਿਹੜੀਆਂ ਸੁਹਾਣੀਆਂ, ਉਹ ਤੁਹਾਨੂੰ ਸੋਹਣੀਆਂ ਵੀ ਲੱਗਦੀਆਂ, ਮਨ ਨੂੰ ਵੀ ਭਾਉਂਦੀਆਂ, ਚੰਗੀਆਂ ਵੀ ਲੱਗਦੀਆਂ ਅੱਖਾਂ ਨੂੰ, ਹਨਾ। ਸੁਹਾਣੀਆਂ ਜਿਹੜੀਆਂ ਨੇਕ ਨਾਮੀ ਦੀਆਂ, ਉਹਨਾਂ ਵਿੱਚ ਨੇਕੀ ਆ, ਭਾਵ ਉਹਨਾਂ ਦੇ ਵਿੱਚ ਇੱਛਾਈ ਆ, ਪਤਾ ਨਾ, ਨੇਕੀ ਵਾਲੀ ਤੱਕੜੀ 'ਚ ਪੂਰਾ ਤੋਲਦਾ, ਯਿਸੂ ਦਾ ਕਲਾਮ ਪਿਆ ਸੱਚ ਬੋਲਦਾ, ਨੇਕ ਨਾਮੀ ਦੇ। ਜੇ ਕੁਝ ਗੁਣ ਆ, ਮਤਲਬ ਜਿਹਦੇ ਵਿੱਚ ਹੈਗੇ ਆ ਗੁਣ, ਜਿਹਦੇ ਵਿੱਚ ਇੱਛਾਈਆਂ ਆ, ਜਿਹਦੇ ਵਿੱਚ ਕਈ ਵਾਰੀ ਤੁਸੀਂ ਦੇਖਿਆ ਕਿਸੇ ਦੇ ਘਰ 'ਚ ਕੋਈ ਨਵੀਂ ਕੁੜੀ ਵਿਆਹ ਕੇ ਆਵੇ, ਵਹੁਟੀ ਨਵੀਂ ਆਵੇ, ਤੇ ਕੁਛ ਲੋਕ ਕੀ ਉਹਨੂੰ ਦੇਖਦੇ ਸਾਰੇ ਕਹਿਣ, ਜਦੋਂ ਕਿਸੇ ਨੂੰ ਖਾਣਾ ਪੀਣਾ ਬਣਾ ਕੇ ਦੇਵੇ ਤੇ ਕਹਿਣ ਭਾਈ ਇਹਦੇ 'ਚ ਤਾਂ ਗੁਣ ਹੀ ਗੁਣ ਆ, ਇਹ ਤਾਂ ਭਰੀ ਭਈ ਗੁਣਾਂ ਨਾਲ, ਉੱਤੋਂ ਉੱਪਰ ਲੱਦੇ ਹੋਏ ਥੱਲੇ ਡੁੱਲਦੇ ਆ, ਉੱਪਰ ਚੁੱਕ ਕੇ ਨਾ। ਗੁਣ ਦੀ ਗੱਲ ਹੋਈ ਕਿ ਜਿਹੜੀਆਂ ਗੁਣ ਵਾਲੀਆਂ ਗੱਲਾਂ ਨਾ, ਜਿਹੜੀਆਂ ਗੁਣਾਂ ਵਾਲੀਆਂ ਗੱਲਾਂ, ਹਨਾ। ਸੋ ਜੋ ਕੁਝ ਸ਼ੋਭਾ ਹੈ ਤਾਂ ਉਹਨਾਂ ਗੱਲ ਦੀ ਵਿਚਾਰ ਕਰੋ, ਜੇ ਸਿਰਫ ਉਹਨਾਂ ਦੀ ਹੀ ਵਿਚਾਰ ਕਰੋ ਜਿਹੜੀਆਂ ਗੱਲਾਂ ਦੇ ਵਿੱਚ ਆਪਾਂ ਕੀ ਪੜਿਆ, ਜਿਹਨਾਂ ਵਿੱਚ ਸੱਚਾਈ ਆ, ਜਿਹਨਾਂ ਵਿੱਚ ਪ੍ਰਤਿਗਿਆ ਆ, ਕਿ ਬਾਲਿਆ ਜਨੂਨ ਆ ਪਰਮੇਸ਼ਰ ਦੇ ਨੂੰ ਲੈ ਕੇ, ਸਾਫ਼ ਮਤਲਬ ਸ਼ੁੱਧ ਆ, ਸੋਹਣੀਆਂ ਆ, ਜਿਹਨਾਂ 'ਚ ਨੇਕੀ ਆ, ਜਿਹਨਾਂ ਵਿੱਚ ਗੁਣ ਆ, ਜਿਹਨਾਂ 'ਚ ਵਿਜ਼ਡਮ ਆ, ਸਿਆਣਪ ਆ, ਜਿਹਨਾਂ ਦੇ ਵਿੱਚ ਸ਼ੋਭਾ, ਉਹਨਾਂ ਗੱਲਾਂ ਦਾ ਵਿਚਾਰ ਕਰੋ। ਜੇ ਕੁਛ ਤੁਸੀਂ ਸਿੱਖਿਆ ਤੇ ਮੰਨ ਲਿਆ ਤੇ ਸੁਣਿਆ, ਮੇਰੇ ਵਿੱਚ ਡਿੱਠਾ ਉਹੀ ਕਰੋ ਤੇ ਸ਼ਾਂਤੀ ਦਾਤਾ ਪਰਮੇਸ਼ਰ ਤੁਹਾਡੇ ਅੰਗ ਸੰਗ ਹੋਵੇਗਾ। ਉਹਨੇ ਕਿਹਾ ਕਿ ਜਿਹੜਾ ਕੁਛ ਤੁਸੀਂ ਮੈਨੂੰ ਦੇਖਿਆ ਨਾ ਕਰਦੇ ਨੂੰ, ਮਤਲਬ ਇੱਥੇ ਪੌਲਸ ਰਸੂਲ ਫਿਲਿੱਪੀਆਂ ਨੂੰ ਜਿਹੜਾ ਪੱਤਰ ਲਿਖਿਆ, ਉਹ 'ਚ ਕਿਹਾ ਕਿ ਉਹਨੇ ਦੇਖਿਆ ਹੋਊਗਾ ਕਿ ਉਹਨਾਂ ਨੂੰ ਖੁਦਾ ਦੀ ਹਰ ਵੇਲੇ ਪ੍ਰੇਜ਼ ਦੇ ਵਿੱਚ ਸਾਰਾ ਕੁਛ ਉਸੇ ਤਰ੍ਹਾਂ ਕਰਦਾ, ਆਪਣੇ ਆਪ ਦੇ ਨਾਲ ਵੀ ਮਤਲਬ ਟੱਕਰਦਾ, ਹਨਾ। ਤੇ ਤੁਸੀਂ ਉਹੀ ਕਰਨਾ, ਹਨਾ, ਉਹੀ ਕਰਿਓ। ਮਤਲਬ ਮੈਂ ਪ੍ਰਭੂ ਵਿੱਚ ਇਸ ਗੱਲ ਤੋਂ ਬਹੁਤ ਆਨੰਦ ਆ, ਜੇ ਥੋੜੇ ਚਿਰ ਪਿੱਛੋਂ ਤੁਸੀਂ ਮੇਰੀ ਚਿੰਤਾ ਕੀਤੀ ਤੇ ਹੁਣ ਅੱਗੇ ਲਈ ਵੀ ਤੁਸੀਂ ਮੇਰੀ ਚਿੰਤਾ ਕੀਤੀ, ਪਰ ਵੇਲਾ ਹੱਥ ਨਾ ਲੱਗਾ। ਇੱਥੇ ਅੱਗੇ ਗੱਲ ਹੋਈ ਆ ਕਿ ਉਹਦੀ ਜਿਹੜੀ ਮਤਲਬ ਉਹਦੀ ਆਓ ਭਗਤ ਦੇ ਵਿੱਚ ਕੁਛ ਲੋਕਾਂ ਨੇ ਮਤਲਬ ਚਿਰ ਨਹੀਂ ਲਾਇਆ। ਮੈਂ ਦੇਖਿਆ ਕੁਛ ਲੋਕੀ ਉਹਨਾਂ ਨੂੰ ਆਓ ਭਗਤ ਬਹੁਤ ਪਸੰਦ ਆ, ਕਿ ਮਤਲਬ ਪ੍ਰੇਮ, ਜਿਹਨੂੰ ਆਪਾਂ ਕਹਿੰਦੇ ਆ ਕਿ ਖਿਦਮਤ ਕਰਨਾ, ਜਦੋਂ ਕੋਈ ਆਵੇ ਤੁਹਾਡੀ ਉਹਦੀ ਖਿਦਮਤ ਕਰਨਾ, ਉਸ ਪਰਸਨ ਨੂੰ ਮਤਲਬ ਉਹਦੇ ਮਤਲਬ ਇਹੋ ਜਿਹੀ ਖਿਦਮਤ, ਵੈਸੇ ਜਿੱਦਾਂ ਦੀ ਇੱਥੇ ਗੱਲ ਹੋਈ ਹੈ, ਜਿੱਦਾਂ ਦੀ ਉਹ ਕਹਿ ਰਿਹਾ ਹੈ, ਇਹੋ ਜਿਹੀ ਖਿਦਮਤ ਮੈਂ ਬਹੁਤ ਘੱਟ ਦੇਖੀ, ਮਤਲਬ ਪਰ ਦੇਖੀ ਹੈਗੀ ਆ ਪਾਕਿਸਤਾਨ 'ਚ ਵੀ, ਹਨਾ, ਇੰਡੀਆ ਵਿੱਚ ਵੀ। ਮੈਂ ਪੁਰਾਣੇ ਜ਼ਮਾਨੇ ਦੀ ਗੱਲ ਕਰਦੀ ਹਾਂ, ਜਦੋਂ ਸਾਡੇ ਅਸੀਂ ਬਹੁਤ ਨਿੱਕੇ ਸੀਗੇ ਤੇ ਕਈ ਵਾਰੀ ਘਰ ਦੇ ਵਿੱਚ ਪ੍ਰਾਹੁਣੇ ਆ ਜਾਂਦੇ ਸੀਗੇ, ਤੇ ਈਵਨ ਅਸੀਂ ਛੋਟੇ ਸੀ ਜਦੋਂ ਅਸੀਂ, ਹਨਾ, ਤੇ ਸਾਨੂੰ ਇਹ ਕਿਹਾ ਜਾਂਦਾ ਸੀਗਾ ਕਿ ਆਪਣੇ ਜਿਹੜੀ ਫੈਮਿਲੀ ਦੇ ਵਿੱਚੋਂ ਕੋਈ ਵੀ ਆਇਆ ਤੇ ਮੇਰੇ ਹੱਥ ਵਿੱਚ ਕਿੱਦਾਂ ਬੋਤਲ ਦੇ ਦਿੱਤੀ ਜਾਂਦੀ ਸੀ ਪਾਣੀ ਦੀ, ਜਾਂ ਬੋਤਲ ਨਹੀਂ ਵੀ ਹੋਵੇ ਤੇ ਜੱਗ ਦੇ ਵਿੱਚ ਪਾਣੀ, ਨਾ। ਤੇ ਮੈਨੂੰ ਕਿਹਾ ਜਾਂਦਾ ਸੀਗਾ ਕਿ ਨਾਲ ਇੱਕ ਤੌਲੀਆ ਪਕੜਾ ਦਿੱਤਾ ਜਾਂਦਾ ਸੀ ਕਿ ਪੁੱਤਰ ਬਾਬਾ ਜੀ ਦੇ ਹੱਥ ਧਵਾਵੋ, ਹਨਾ। ਤੇ ਇੱਕ ਥੱਲੇ ਜਿਹਨੂੰ ਕਹਿੰਦੇ ਸੀ ਲਵਾਂਡਾ, ਇੱਕ ਹੁੰਦਾ ਸੀ ਦੌਰਾ, ਅਸੀਂ ਉਹ ਥੱਲੇ ਰੱਖ ਦਿੰਦੇ ਸੀਗੇ, ਤੇ ਉਹਦੇ ਵਿੱਚ ਮੈਂ ਮੇਰੇ ਇੱਕ ਹੱਥ ਦੇ ਵਿੱਚ ਤੌਲੀਆ ਪਕੜਿਆ ਹੁੰਦਾ ਸੀ, ਦੂਸਰੇ 'ਚ ਪਾਣੀ, ਤੇ ਮੈਂ ਏਦਾਂ ਬਾਬਾ ਜੀ ਨੇ ਹੱਥ ਕਰ ਦੇਣੇ, ਮੈਂ ਉਹਨਾਂ ਦੇ ਹੱਥ ਧੋਣੇ, ਤੇ ਉਹਨਾਂ ਨੇ ਜਦੋਂ ਹੱਥ ਆਪਣੇ ਧੋ ਲੈਣੇ ਤੇ ਮੈਂ ਉਹਨਾਂ ਨੂੰ ਤੌਲੀਆ ਦੇ ਦੇਣਾ, ਉਹਨਾਂ ਨੇ ਆਪਣੇ ਹੱਥ ਪਹੁੰਚਣੇ। ਫਿਰ ਇਸੇ ਤਰ੍ਹਾਂ ਉਹਨਾਂ ਨੇ ਪੈਰ ਵੀ ਜਿਹੜੇ ਆ ਨਾ, ਉਹ ਥੱਲੇ ਲਵਾਂਡਾ ਜਿਹੜਾ ਪਿਆ ਨਾ, ਉਹਦੇ ਵਿੱਚ ਆਪੇ ਆਪਣਾ ਪੈਰ ਪਾ ਕੇ ਤੇ ਉਹਨੂੰ ਅੱਛੀ ਤਰੀਕੇ ਨਾਲ ਧੋ ਲੈਣਾ, ਤੇ ਫਿਰ ਉਹਨਾਂ ਨੇ ਤੌਲੇ ਨੂੰ ਸਾਫ਼ ਕਰਨਾ। ਇਹ ਤੇ ਹੈਗੀ ਆਮ, ਜਦੋਂ ਤੁਹਾਡੇ ਘਰ 'ਚ ਪ੍ਰਾਹੁਣੇ ਆਉਣ ਤੇ ਤੁਸੀਂ ਏਦਾਂ ਕਰਦੇ ਆ। ਹੋਰ ਜਿਹੜੀ ਖਿਦਮਤ ਦੀ ਗੱਲ ਹੋਈ ਇੱਥੇ ਕੀਤੀ ਗਈ ਆ ਕਿ ਜਦੋਂ ਤੁਹਾਡੇ ਘਰ ਦੇ ਵਿੱਚ ਕੋਈ ਮਤਲਬ ਖੁਦਾ ਦਾ ਬਚਨ ਲੈ ਕੇ ਆ ਜਾਂਦਾ, ਫਰਜ਼ ਕੀਤਾ, ਹਨਾ, ਤੇ ਤੁਸੀਂ ਮੰਨਦੇ ਆ ਕਿ ਵਾਕਈ ਖੁਦਾ, ਜਿੱਦੋਂ ਕਿ ਅਸੀਂ ਕਹਿੰਦੇ ਨਾ ਪ੍ਰਭੂ ਦਾ ਰਾਜ ਨੇੜੇ ਹੈ, ਸਵਰਗ ਦਾ ਰਾਜ ਹੈ, ਅਸੀਂ 2 ਵਾਰੀ ਪੜਿਆ, ਤੇ ਜਿਹੜਾ ਆਪਣੇ ਮਨੋਂ ਇਹ ਸੋਚ ਲੈਂਦਾ ਨਾ ਕਿ ਭਾਈ ਆਹ ਬੰਦਾ ਮੇਰੇ ਘਰ ਸਵਰਗ ਲੈ ਕੇ ਆ ਗਿਆ, ਜਾਂ ਆ ਬੰਦੀ ਮੇਰੇ ਘਰ ਸਵਰਗ ਲੈ ਕੇ ਆ ਗਈ, ਕਿਉਂਕਿ ਯਿਸੂ ਨੂੰ ਲੈ ਕੇ ਆਈ ਆ,
ਤੇ ਉਹ ਫਿਰ ਕੀ ਕਰਦਾ, ਉਹਦੇ ਹੱਥ ਵੀ ਧੋਂਦਾ, ਉਹਦੇ ਪੈਰ ਵੀ ਧੋਂਦਾ, ਉਹਨੂੰ ਮਤਲਬ ਕੋਸ਼ਿਸ਼ ਕਰਦਾ ਕਿ ਜੇ ਆਪਣਾ ਆਪ ਵੀ ਉਹ ਨੁੱਚੜ ਕੇ ਚਲੇ ਜਾਵੇ ਨਾ ਉਹਦੇ ਵਿੱਚ, ਉਹਦੇ ਹੱਥ ਪੈਰ ਸਾਫ਼ ਕਰ, ਜਿਸਦਾ ਮੈਰੀ ਮੈਗਦਲੀਨ ਦੀ ਜੋ ਕਮਾਈ ਸੀ ਸਾਰੀ ਮਤਲਬ ਉਹਦੀ ਪਾਤਰ ਦੇ ਵਿੱਚ ਪਾਈ ਹੋਈ 1.5 ਸਾਲ ਦੀ, ਹਨਾ, ਉਸ ਜ਼ਮਾਨੇ ਵਿੱਚ ਕੁੜੀਆਂ ਮਤਲਬ ਏਦਾਂ ਕਰ ਲੈਂਦੀਆਂ ਸੀਗੀਆਂ ਇਕੱਠੇ ਕਿ ਜੋ ਉਹਦੇ ਵਿਆਹ ਦੇ ਵੇਲੇ ਫਿਰ ਉਹ ਬਹੁਤ ਮਹਿੰਗਾ ਸੀਗਾ ਕਿ ਉਹਨੂੰ ਵੇਚ ਕੇ ਵੀ ਥੋੜੇ ਪੈਸੇ ਲੈ ਸਕਦੇ ਸੀ, ਮਤਲਬ ਉਹ ਉਸ ਜ਼ਮਾਨੇ ਦੀ ਗੱਲ ਆ। ਉਹ ਇਸ ਤਰ੍ਹਾਂ ਨਾਲ ਫਿਰ ਉਹਦੀ ਸੇਵਾ ਜਿਹੜੀ ਹੈ ਨਾ ਉਹ ਖਿਦਮਤ ਕਰਦੇ ਸੀ। ਇੱਥੇ ਉਸ ਖਿਦਮਤ ਦੀ ਗੱਲ ਕੀਤੀ ਪੌਲਸ ਰਸੂਲ ਨੇ ਲੋਕਾਂ ਨੂੰ ਲੈ ਕੇ ਨਾ। ਪਰ ਜਿਹੜੀ ਆਪਾਂ ਗੱਲ ਕਰ ਰਹੇ ਐਕਚੁਅਲੀ ਪਿਓਰਿਟੀ ਦੀ, ਕਿ ਕਿਸ ਤਰੀਕੇ ਦੇ ਨਾਲ ਜਿਹੜਾ ਮੈਂ ਤੁਹਾਨੂੰ ਹਥਿਆਰ ਦੀ ਗੱਲ ਕੀਤੀ, ਇੰਜੈਕਸ਼ਨ ਦੀ, ਕਿ ਕਿਹੜਾ ਬੁਰੇ ਖਿਆਲਾਂ ਤੋਂ ਅਸੀਂ ਦੂਰ ਹੋਣਾ। ਅਸੀਂ ਫਿਲਿਪੀਅਨ ਚੌਥੇ ਚੈਪਟਰ ਦੀ 6ਵੇਂ ਤੋਂ 8ਵੇਂ ਤੱਕ ਵੀ ਪੜ੍ਹਿਆ ਕਿ ਖੁਦਾ ਜੀਸਸ ਕ੍ਰਾਈਸਟ ਨੇ ਸਾਡੇ ਲਈ ਲੜਾਈਆਂ ਲੜ ਕੇ ਨਮੂਨਾ ਛੱਡਿਆ ਹੈ ਲੜਨ ਦਾ। ਉਹਨਾਂ ਨੇ ਹਾਰ ਨਹੀਂ ਮੰਨੀ ਸ਼ੈਤਾਨ ਤੋਂ, ਹਨਾ, ਜਦੋਂ ਵੀ ਉਹਨੇ ਨਮੂਨਾ ਛੱਡਿਆ ਕਿ ਉਹਦੇ ਨਾਲ ਕਲਾਮ ਦਾ ਨਮੂਨਾ ਉਸ ਨਮੂਨੇ ਨੂੰ ਵਰਤ ਸਕਦੇ। ਮੈਂ ਦੇਖਦੀ ਕਿ ਜਦੋਂ ਨਾ ਪੁਰਾਣੇ ਟਾਈਮ ਦੇ ਵਿੱਚ ਕੁੜੀਆਂ ਬੁਣਤੀ ਕਰਦੇ ਸੀ, ਜਦ ਕੱਪੜੇ ਕੱਢਦੇ ਸੀ, ਉਹ ਪਹਿਲਾਂ ਇੱਕ ਨਮੂਨਾ ਰੱਖ ਲੈਂਦੇ ਸੀ, ਉਹਨੂੰ ਫੋਲੋ ਕਰਕੇ। ਜਦੋਂ ਮੈਂ ਵੀ ਅਗਰ ਕੱਪੜੇ ਸਿਉਣੇ ਹੋਣ, ਕਿਉਂਕਿ ਮੈਨੂੰ ਕੱਪੜਿਆਂ ਦਾ ਪਤਾ ਹੈ, ਤੇ ਮੈਂ ਕੀ ਕਰਦੀ ਹਾਂ ਮੋਸਟਲੀ ਪਹਿਲਾਂ ਜਦੋਂ ਮੈਂ ਸੈਸ਼ਨ ਕਰਦੀ ਸੀ ਸੋਇੰਗ ਤੇ ਮੈਂ ਉਹਨਾਂ ਨੂੰ ਜਿਹੜੇ ਪੁਰਾਣੇ ਕੱਪੜੇ ਨਾ ਹੁੰਦੇ ਉਹਨਾਂ ਨੂੰ ਏਦਾਂ ਸਿਖਾਉਂਦੀ ਹੁੰਦੀ ਸੀ ਕਿ ਇਹਨਾਂ ਨੂੰ ਉਧੇੜੋ, ਤੇ ਫਿਰ ਤਾਂ ਕਿ ਤੁਸੀਂ ਜਦੋਂ ਬਿਲਕੁਲ ਕੱਪੜਿਆਂ ਦੇ ਵਿੱਚ ਹੋ ਜਾਣਗੇ ਪੁਆਇੰਟਸ ਨੂੰ ਡਿਸਕਸ ਕਰਨਾ ਹੈ। ਸੱਚ ਪਹਿਲਾ ਪੁਆਇੰਟ ਹੈਗਾ ਆ, ਸੱਚ ਦੇ ਆਪੋਜ਼ਿਟ ਕੀ ਹੈ, ਝੂਠ ਹੈ। ਜੇ ਤੁਸੀਂ ਸੱਚ ਦਾ ਸਾਥ ਦੋਗੇ ਤਾਂ ਸਾਰੇ ਝੂਠ ਛੱਡ ਕੇ ਜਾਣਾ ਪਊਗਾ। ਦੂਸਰਾ ਹੈਗਾ ਨੋਬਲ ਹੁੰਦਾ ਹੈ ਜਦੋਂ ਤੁਸੀਂ ਮਤਲਬ ਕਾਬਲੀਅਤ ਦੇ ਵਿੱਚ ਕਮੀ ਸੁਣਦੇ ਨੋਬਲ ਹੈ, ਸਭ ਨੂੰ ਹਰ ਸਾਰੇ ਨੋਬਲ ਕਦਰ ਹੋਵੇ, ਤੈਨੂੰ ਕਿਤੇ ਵੀ ਤਾਈ ਨਹੀਂ ਕਦਰ ਹੋਦੀ, ਕਿਤੇ ਵੀ ਆਪਣੇ ਆਪ ਨੂੰ ਨਾ ਕਿਸੇ ਕੇ ਨੀਮਾ ਤੇ ਮਤਲਬ ਆਪਣੇ ਨੂੰ ਗਲਤ ਤਰੀਕੇ ਨਾਲ ਖਵੇਚਣ ਦੀ ਕੋਸ਼ਿਸ਼ ਕੀਤੀ ਹੋਵੇ ਨਾ, ਨੋਬਲ ਹੈ। ਤੇ ਉਹਦੇ ਖਿਲਾਫ ਹੈਗਾ ਜਿਹੜਾ ਕਿ ਗਲਤੀਆਂ ਕਰਦਾ ਹੈ, ਜਿਹੜਾ ਨੋਬਲ ਦੇ ਖਿਲਾਫ ਹੁੰਦਾ ਹੈ ਕਿ ਜਿਹੜਾ ਕੈਰੈਕਟਰ ਜਿਹੜਾ ਖੁਦਾ ਦੇ ਖਿਲਾਫ ਹੈ ਨਾ, ਉਹ ਨੋਬਲ ਦੇ ਖਿਲਾਫ ਹੁੰਦਾ ਨਾ। ਤੇ ਇਸ ਤਰ੍ਹਾਂ ਅਸੀਂ ਤੀਸਰਾ ਦੇਖਦੇ ਹਾਂ ਇਨਸਾਫ, ਉਹਦੇ ਖਿਲਾਫ ਕੀ ਆ, ਅਸੀਂ ਚੌਥਾ ਅਸੀਂ ਕਿ ਪਿਓਰਿਟੀ ਜਿਹਨੂੰ ਕਹਿੰਦੇ ਲਵਲੀ, ਆਪਾਂ ਕਹਿੰਦੇ ਕਿ ਜਿਹੜੀਆਂ ਗੱਲਾਂ ਸੋਹਣੀਆਂ। ਤੇ 6ਵਾਂ ਇਸੇ ਤਰ੍ਹਾਂ ਹੈਗਾ ਆ ਕਿ ਅੱਛਾ ਵਤੀਰਾ, ਤੇ ਉਹਦੇ ਖਿਲਾਫ ਕੀ ਹੈਗਾ ਆ, ਬੁਰਾ ਵਤੀਰਾ। ਅੱਛੇ ਵਤੀਰੇ ਦੇ ਵਿੱਚ ਆਉਂਦੇ ਆ ਖੁਦਾ ਦਾ ਕੈਰੈਕਟਰ ਸਟੱਡੀ ਕਰਦੇ, ਬੁਰੇ ਵਤੀਰੇ ਦੇ ਵਿੱਚ ਆਉਂਦਾ ਗੌਸਿਪ, ਚੁਗਲੀਆਂ ਤੇ ਹੋਰ ਜੱਜਮੈਂਟ ਦੀਆਂ ਅਸੰਪਸ਼ਨਸ ਆ ਜਾਂਦੀਆਂ ਨਾ। ਇਸ ਤਰ੍ਹਾਂ 7ਵਾਂ ਜਿਹੜਾ ਹੈਗਾ ਉਹ ਹੈਗਾ ਕਿ ਜਦੋਂ ਤੁਸੀਂ ਵਡਿਆਈ ਤੁਸੀਂ ਕਰਦੇ ਆ ਕਿ ਤੁਸੀਂ ਸ਼ਰਮਿੰਦਗੀ ਭਰੀ ਜਿਹੜੀ ਜ਼ਿੰਦਗੀ ਹੈ ਨਾ, ਪ੍ਰੇਜ਼ਵਰਥੀ ਜਾਂ ਸ਼ੇਮਫੁਲਨੈਸ ਹੈ ਨਾ। ਹੁਣ ਜਦੋਂ ਤੁਸੀਂ ਆਪਣੀ ਵਡਿਆਈ ਭਾਲਦੇ ਆ ਤੇ ਜਦੋਂ ਤੁਹਾਡੀ ਕੋਈ ਨਹੀਂ ਵਡਿਆਈ ਕਰਦਾ ਤੁਸੀਂ ਸ਼ਰਮਿੰਦਗੀ ਮਹਿਸੂਸ ਕਰਦੇ ਆ। ਜੇ ਤੁਸੀਂ ਖੁਦਾ ਦੀ ਵਡਿਆਈ ਕਰਦੇ ਆ ਹਰ ਵਚਨ ਦੇ ਵਿੱਚ ਤੇ ਤੁਹਾਡੀ ਕੋਈ ਨਹੀਂ ਵੀ ਵਡਿਆਈ ਕਰਦਾ ਨਾ, ਤੇ ਤੁਸੀਂ ਇੰਨਾ ਨਹੀਂ ਔਖੇ ਹੁੰਦੇ, ਕਿਉਂਕਿ ਤੁਸੀਂ ਸੋਚਦੇ ਉਹਦੇ ਨਹੀਂ ਕਰਦਾ ਮੇਰੀ ਕਿੱਦਾਂ ਕਰੂਗਾ, ਮੇਰੀ ਕਾਹ ਤੋਂ ਕਰੇ ਨਾਲੇ, ਹਨਾ, ਕਿ ਮੈਂ ਐਸਾ ਕੀ ਕੀਤਾ ਜਿਹਦੇ ਲਈ ਮੈਨੂੰ ਦੁਨੀਆ ਨੇ ਜਾਣੇ, ਹਨਾ। ਫਿਰ ਇਸ ਹੁਣ ਅਸੀਂ ਆਹ ਜਿਹੜੀਆਂ ਚੀਜ਼ਾਂ ਦੇਖ ਲਈਆਂ ਨਾ, ਇਹਨਾਂ ਦੇ ਵਿੱਚ ਅਸੀਂ ਮਤਲਬ 7 ਚੀਜ਼ਾਂ ਅਸੀਂ ਜਿਹੜੀਆਂ ਉਹ ਦੇਖੀਆਂ। ਜਦੋਂ ਅਸੀਂ ਆਪਣੀ ਜ਼ਿੰਦਗੀ ਵਿੱਚ ਆਹ ਜਿਹੜੀਆਂ ਸਾਡਾ ਬਾਹਰਲਾ ਜਿਹੜਾ ਰੂਪ ਹੈ ਨਾ ਉਹ, ਤੇ ਸਾਡਾ ਜਿਹੜਾ ਅੰਦਰਲਾ ਬਾਹਰਲਾ ਰੂਪ ਦਰਅਸਲ ਸਾਡੇ ਅੰਦਰਲੇ ਰੂਪ ਦਾ ਹੀ ਪਰਛਾਵਾਂ ਆ। ਜੇ ਹੁਣ ਫਰਜ਼ ਕੀਤਾ ਮੈਂ ਬਾਹਰੋਂ ਕਿਸੇ ਨੂੰ ਮੈਨੂੰ ਚੰਗਾ ਲੱਗਦਾ ਹੈ ਕਿ ਕੋਈ ਪਰਸਨ ਜਿਹੜਾ ਉਹ ਖੁਦਾ ਵਾਲਾ ਹੈ, ਤੇ ਇਹਦਾ ਮਤਲਬ ਮੈਂ ਅੰਦਰੋਂ ਖੁਦਾ ਨਾਲ ਮਤਲਬ ਮੈਨੂੰ ਬੜਾ ਹੀ ਚੰਗਾ ਲੱਗਦਾ ਕਿ ਖੁਦਾ ਨੂੰ ਅੰਦਰ ਰੱਖਣਾ ਨਾ, ਉਹਦੀ ਖਿਆਲ ਨੂੰ ਨਾ। ਜੇ ਮੈਨੂੰ ਬਾਹਰੋਂ ਚੰਗਾ ਲੱਗਦਾ ਹੈ ਕਿ ਸਾਰਾ ਕੁਛ ਜਿਹੜਾ ਉਹ ਦੁਨਿਆਵੀ ਤਰੀਕੇ ਦਾ ਕਿਉਂ ਨਾ ਹੋਵੇ, ਤੇ ਇਹਦਾ ਮਤਲਬ ਮੇਰਾ ਅੰਦਰ ਪੂਰਾ ਹੀ ਦੁਨਿਆਵੀ ਸਿਚੁਏਸ਼ਨ ਦੇ ਨਾਲ ਦੁਨੀਆਦਾਰੀ ਨਾਲ ਭਰਿਆ ਹੋਇਆ ਨਾ। ਇਹ ਤਾਂ ਮੈਂ ਛੋਟੀ ਐਗਜ਼ਾਮਪਲ ਦਿੱਤੀ ਹੈ। ਹੁਣ ਇਹ 'ਚ ਦੇਖੀਏ ਕਿ ਤੁਸੀਂ ਕਹੋਗੇ ਕਿ ਤੁਹਾਨੂੰ ਟੂਲ ਤਾਂ ਦਿੱਤਾ ਹੀ ਨਹੀਂ ਜਿਹਦੀ ਤੂੰ ਕਹਿੰਦੀ ਕਿ ਅਸੀਂ ਇਹਨਾਂ ਸਾਰੇ ਖਿਆਲਾਂ ਤੋਂ ਕਿੱਦਾਂ ਮਤਲਬ ਕਿਨਾਰਾ ਕਰੀਏ। ਆ ਜਿਹੜੇ 7 ਚੀਜ਼ਾਂ ਤੁਹਾਨੂੰ ਪੜ੍ਹੀਆਂ ਹੈ ਨਾ ਭਾਈ, ਟਰੂ ਤੇ ਲਾਈ ਹੈ ਨਾ, ਤੁਸੀਂ ਹੁਣ ਇਹਦੇ 'ਚ ਤੁਹਾਡੇ ਹੱਥ ਵਿੱਚ ਚੋਣ ਤੁਹਾਡੇ ਹੱਥ 'ਚ ਆ। ਉਹ ਜਿੰਨੇ ਮਰਜ਼ੀ ਤੁਹਾਡੇ ਤੇ ਖਿਆਲਾਂ ਦੀ ਬੁਛਾਰ ਪਾਈ ਜਾਵੇ, ਉਹਨੇ ਡਿਸੀਜਨ ਲੈਣ ਦਾ ਹੱਕ ਤੁਹਾਡੇ ਕੋਲੇ ਆ। ਤੁਹਾਡੇ ਲਈ ਸ਼ੈਤਾਨ ਨੇ ਫੈਸਲਾ ਨਹੀਂ ਲੈਣਾ, ਉਹ ਤੁਸੀਂ ਲੈਣਾ। ਤੁਸੀਂ ਕੰਡਮ ਕਰੋ, ਉਹਨੂੰ ਰਿਬਿਊਕ ਕਰੋ, ਤੁਹਾਡੀ ਜ਼ੁਬਾਨ ਨੂੰ ਵੀ
ਬਦਲਾਉਣ ਦੀ ਕੋਸ਼ਿਸ਼ ਕਰੋ, ਤੁਸੀਂ ਕੁਝ ਹੋਰ ਕਹਿਣ ਦੀ ਕੋਸ਼ਿਸ਼ ਕਰੋ, ਉਹ ਕੁਝ ਹੋਰ ਤੁਹਾਡੇ ਕੋਲ ਖਵਾ ਜਾਵੇ, ਤੁਸੀਂ ਫਿਰ ਵੀ ਉਹਨੂੰ ਰਿਬਿਊਕ ਕਰੋ, ਉਹਨੂੰ ਮਤਲਬ ਉਹਨੂੰ ਤੁਸੀਂ ਦੁਰਕਾਰੋ ਉਹਨੂੰ, ਤੁਹਾਨੂੰ ਦੁਰਕਾਰਨਾ ਪਏਗਾ। ਤੁਸੀਂ ਝੂਠ ਨੂੰ ਦੁਰਕਾਰੋ ਤੇ ਸੱਚ ਨੂੰ ਸਵੀਕਾਰੋ। ਇਸੇ ਤਰ੍ਹਾਂ ਤੁਸੀਂ ਜਿਹੜਾ ਨੋਬਲ ਹੈ ਖੁਦਾਵੰਦ ਯਿਸੂ ਮਸੀਹ ਦੀ ਜਿਹੜੀ ਹੈਗੀ ਆ ਫਿਤਰਤ, ਤੁਸੀਂ ਉਹਨੂੰ ਆਪਣੇ ਆਪ ਤੇ ਮੰਗੋ। ਜਿਹੜੀ ਸ਼ੈਤਾਨ ਦੀ ਫਿਤਰਤ ਉਹਨੂੰ ਤੁਸੀਂ ਭੰਡੋ, ਉਹਦੇ ਤੇ ਤੁਸੀਂ ਉਲਟੀ ਕਰੋ, ਥੁੱਕੋ, ਹੈਨਾ, ਉਹ ਆਪ ਤੁਹਾਨੂੰ ਉਹ ਆਪੇ ਭੱਜ ਜਾਏਗਾ ਜੇ ਤੁਸੀਂ ਉਹਨੂੰ ਥੁੱਕੋਗੇ ਉਹਦੇ ਤੇ, ਹੈਨਾ। ਇਸੇ ਤਰ੍ਹਾਂ ਤੁਸੀਂ ਇਨਸਾਫ ਨੂੰ ਆਪਣੀ ਜ਼ਿੰਦਗੀ 'ਚ ਮੰਗੋ, ਬੇਇਨਸਾਫੀ ਜਿਹੜੀ ਆ ਉਹਨੂੰ ਤੁਸੀਂ ਦੁਰਕਾਰੋ। ਚੌਥਾ ਮੈਂ ਤੁਹਾਡੇ ਪੜ੍ਹਿਆ ਸੀ, ਤੁਸੀਂ ਪਾਕੀਜ਼ਗੀ ਨੂੰ ਮੰਗੋ, ਜਿਹੜੀ ਗੰਦਗੀ ਹੈ ਨਾ ਸੋਚਾਂ ਦੀ, ਜਿਹਨਾਂ ਖਿਆਲ ਜਿਹੜੇ ਤੁਹਾਡੇ ਖਿਆਲਾਂ ਤੇ ਸ਼ੈਤਾਨ ਤੁਹਾਨੂੰ ਗੰਦੀਆਂ ਚੀਜ਼ਾਂ ਨੰਗੇਜ਼ ਨਾਲ ਭਰੀਆਂ ਹੋਈਆਂ ਤੁਹਾਡੇ ਅੱਗੇ ਭੇਜੂਗਾ, ਹੋਰ ਤਰ੍ਹਾਂ ਦੀਆਂ ਭਰੀਆਂ ਹੋਈਆਂ ਭੇਜੂਗਾ। ਉਹ ਪਤਾ ਕੀ ਕਰੋ, ਸੋਹਣੇ ਚਿਹਰਿਆਂ ਦੀ ਮਦਦ ਲੈਂਦਾ, ਛੋਟੇ ਉਮਰ ਦੇ ਚਿਹਰਿਆਂ ਦੀ ਮਦਦ ਲੈ ਸਕਦਾ ਨਾ, ਤੁਹਾਡੇ ਅੱਗੇ ਲੈ ਕੇ ਆਊਗਾ ਉਹ ਤੁਹਾਡੇ, ਕਿਉਂਕਿ ਸ਼ੈਤਾਨ ਕੁਛ ਵੀ ਤੁਹਾਨੂੰ ਕਹਿ ਸਕਦਾ, ਪਰ ਤੁਸੀਂ ਉਹਦੇ ਤੇ ਥੁੱਕੋ। ਤੁਸੀਂ ਏਦਾਂ ਇਮੈਜਿਨ ਕਰਨਾ ਸ਼ੁਰੂ ਕਰੋ, ਕਿਉਂਕਿ ਮੇਰੇ ਚਰਚ ਦੇ ਵਿੱਚ ਮੈਨੂੰ ਸਿਖਾਇਆ ਸੀ ਏਦਾਂ, ਸਾਡੇ ਖੁਦ ਸਾਨੂੰ ਇਹ ਚੀਜ਼ਾਂ ਸਿਖਾਈਆਂ ਗਈਆਂ ਕਿ ਤੁਸੀਂ ਇਮੈਜਿਨ ਕਰੋ ਕਿ ਜੇ ਫਰਜ਼ ਕੀਤਾ ਇੱਕ ਜਿਹੜੀ ਕੁੜੀ ਆ ਉਹਦੇ ਮੂੰਹ ਤੇ ਦਾੜੀ ਆ ਵੱਡੇ ਜਿਹੜੇ ਸਾਹਮਣੇ, ਤੁਸੀਂ ਪਹਿਲਾਂ ਤੁਹਾਡੇ ਅੱਗੇ ਆਈ ਆ, ਬਾਅਦ ਚ ਤੁਸੀਂ ਦੇਖੋ ਕਿ ਤੁਸੀਂ ਉਹਨੂੰ ਇਮੈਜਿਨ ਕਰੋ ਦਾੜੀ ਦੇ ਨਾਲ, ਮੁੱਛਾਂ ਦੇ ਨਾਲ, ਤੁਸੀਂ ਉਹਨੂੰ ਇਮੈਜਿਨ ਕਰੋ ਕਿ ਉਹਦੇ ਇੱਥੇ ਵੀ ਦਾੜੀ ਲੱਗੀ ਆ ਨਾ, ਤੇ ਤੁਸੀਂ ਨਾ ਮਤਲਬ ਹੁਣ ਫਰਜ਼ ਕੀਤਾ ਦੇਖੋ ਇੰਗਲੈਂਡ ਦੇ ਵਿੱਚ ਬਾਹਲੇ ਲੋਕੀ ਆ ਜਿਹੜੇ ਉਹ ਨਹੀਂ ਆਏ ਹੋਣਗੇ, ਪਰ ਜਦੋਂ ਮੈਂ ਤੁਹਾਨੂੰ ਇੱਥੋਂ ਦੀ ਕੋਈ ਗੱਲ ਦੱਸਾਂ ਤੇ ਕੁਈਨ ਦੀ ਗੱਲ ਦੱਸਾਂ, ਕਿੰਗ ਦੀ ਗੱਲ ਦੱਸਾਂ, ਤੁਸੀਂ ਹੋਰ ਵੀ ਜਿਹੜੀਆਂ ਜਗ੍ਹਾ ਫੁੱਲਾਂ ਦੀ ਗੱਲ ਦੱਸਾਂ ਜਾਂ ਘਰਾਂ ਦੀ ਗੱਲ ਦੱਸਾਂ, ਤੁਸੀਂ ਇਮੈਜਿਨੇਸ਼ਨ ਦੇ ਵਿੱਚ ਉੱਥੇ ਪਹੁੰਚ ਜਾਂਦੇ ਹੋ। ਐਸੇ ਤਰ੍ਹਾਂ ਤੁਸੀਂ ਇਮੈਜਿਨ ਕਰੋ ਕਿ ਉਹਦੇ ਮੂੰਹ ਤੇ ਦਾੜੀ ਆਈ ਆ ਵੱਡੀ ਜਿਹੜੀ ਤੁਹਾਨੂੰ ਪਸੰਦ ਨਹੀਂ, ਤੁਸੀਂ ਆਪੇ ਉਲਟੀ ਕਰਨਾ ਨੂੰ ਦਿਲ ਕਰੂਗਾ ਤੁਹਾਡਾ। ਮੈਂ ਤੁਹਾਨੂੰ ਸਿਖਾ ਰਹੀ ਹਾਂ ਕਿੱਦਾਂ ਤੁਸੀਂ ਗਲਤ ਖਿਆਲਾਂ ਤੋਂ ਭੱਜਣਾ ਆ। ਫਿਰ ਜੇ ਤੁਹਾਨੂੰ ਕਿਸੇ ਪੈਸਾ ਦੇਖ ਕੇ ਉਹਦੇ ਤੇ ਤੁਹਾਡਾ ਲਾਲਚ ਹੁੰਦਾ, ਤੁਸੀਂ ਉਹਨੂੰ ਆਪਣੇ ਆਪ ਨੂੰ ਉਹਦੇ ਤੇ ਉਲਟੀ ਕਰਦੇ ਦੇਖੋ। ਤੁਸੀਂ ਕਹੋ ਕਿ ਮੈਨੂੰ ਭੁੱਖਾ ਮਰਨਾ ਮਨਜ਼ੂਰ ਆ, ਪਰ ਮੈਂ ਕਿਸੇ ਨਾਲ ਨਹੀਂ ਲੁੱਟਣਾ, ਜੋ ਮਰਜ਼ੀ ਹੋ ਜਾਵੇ ਮੈਂ ਨਹੀਂ ਕਰਨਾ। ਤੁਸੀਂ ਇਸੇ ਤਰੀਕੇ ਦੇ ਨਾਲ ਝੂਠ ਬੋਲਦੇ, ਤੁਸੀਂ ਦੇਖੋ ਕਿ ਜੇ ਝੂਠ ਬੋਲ ਕੇ ਕਿਸੇ ਦਾ ਕੋਈ ਕੰਮ ਸਰਦਾ, ਤੁਸੀਂ ਕਹੋ ਅੱਜ ਮਰਨਾ ਮਨਜ਼ੂਰ ਹੈ, ਮੈਂ ਨਹੀਂ ਝੂਠ ਬੋਲਣਾ, ਜੋ ਮਰਜ਼ੀ ਹੋ ਜਾਵੇ, ਮੈਂ ਬੜੀਆਂ ਤੇ ਕੀ ਹੋ ਜਾਊਗਾ, ਮੈਨੂੰ ਪਸੰਦ ਨਹੀਂ ਕਰੂਗੇ, ਨਾ ਕਰਨ, ਫੇਕੀ ਆ, ਕੱਲੇ ਰਹਿ ਕੇ ਜੀ ਲੂਗੇ, ਕੱਲੇ ਦਾ ਕੋਈ ਔਖਾ ਨਹੀਂ, ਸਦਾ ਕੱਲਾ ਠੀਕ ਹੈ, ਕਿਉਂਕਿ ਬੁਰਿਆਂ ਦੀ ਕੰਪਨੀ ਨਾਲੋਂ ਕੱਲੇ ਰਹੋਗੇ ਤੇ ਖੁਦਾ ਦੀ ਕੰਪਨੀ, ਪਿਤਾ ਪੁੱਤਰ ਪਵਿੱਤਰ ਆਤਮਾ ਤੁਹਾਡੇ ਨਾਲ ਆ, ਤੇ ਤੁਸੀਂ ਖੁਸ਼ ਤੁਹਾਡੇ ਤੇ ਉਹ ਸ਼ਾਂਤੀ ਜਿਹੜੀ ਤੁਹਾਡੇ ਨੇੜੇ ਆ ਉਹ ਪਹੁੰਚ ਜਾਊਗੀ, ਕਿਉਂਕਿ ਉਹਨੇ ਤੁਹਾਨੂੰ ਨਹੀਂ ਇਲਜ਼ਾਮ ਵੀ ਲੱਗਣ ਦੇਣਾ, ਹਨਾ। ਸੋ ਇਸ ਕਰਕੇ ਜਦੋਂ ਤੁਸੀਂ ਇਹਨਾਂ ਚੀਜ਼ਾਂ ਦੇ ਉੱਤੇ ਤੁਸੀਂ ਕਰ ਸਕਦੇ ਆ, ਇਟਸ ਇਨ ਯੂਰ ਹੈਂਡ, ਹੈ ਨਾ। ਜੇ ਤੁਸੀਂ ਆਪਣੇ ਖਿਆਲਾਂ ਦੀ ਛਾਣਬੀਣ ਨਹੀਂ ਕਰਦੇ ਤੇ ਸ਼ੈਤਾਨ ਤੁਹਾਨੂੰ ਅਬਨੋਰਮੈਲਿਟੀ ਨੂੰ ਨੋਰਮੈਲਿਟੀ ਮੰਨਣ ਦੇ ਲਈ ਮਨਾ ਲੈਂਦਾ ਆ। ਤੁਸੀਂ ਕਦੇ ਦੇਖੋਗੇ ਕੋਈ ਲੋਕੀ ਜਿਹੜੇ ਉਹ ਕਹਿ ਦਿੰਦੇ ਆ ਕਿ ਹਨਾ ਆਹ ਫਲਾਣੀ ਚੀਜ਼ ਮੈਂ ਤੈਨੂੰ ਉੱਥੇ ਕਰਦੇ ਦੇਖਿਆ ਸੀ, ਕੀਤਾ ਸੀ ਨਾ ਤੂੰ, ਲੈ ਕੀ ਹੈ ਵੱਡੀ 900 ਚੂਹੇ ਖਾ ਕੇ ਬਿੱਲਾ ਹੱਜ ਨੂੰ ਚੱਲਿਆ, 900 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ। ਭਾਈ ਚੱਲੀ ਤਾਂ ਹੈ, ਹੱਜ ਨੂੰ ਤਾਂ ਚੱਲੀ ਆ, ਤੁਹਾਡੇ ਵਾਂਗੂ ਚੂਹੀ ਤਾਂ ਨਹੀਂ ਨਵੀਂ ਲੱਭਦੀ ਖਾਣ ਨੂੰ, ਹਨਾ। ਸੋ ਇਸ ਕਰਕੇ ਤੁਸੀਂ ਉਸ ਜਗ੍ਹਾ ਨੂੰ ਫੌਰਨ ਛੱਡ ਦਿਓ, ਜੋ ਮਰਜ਼ੀ ਹੋ ਜਾਵੇ, ਤੂੰ ਬਾਹਰ ਚਲੇ ਜਾਓ, ਸਪੀਡ ਨਾਲ ਦੌੜ ਪਵੋ, ਕੁਛ ਮਰਜ਼ੀ ਹੋ ਜਾਵੇ, ਹਨਾ, ਉੱਥੇ ਖੜੇ ਰਹੋ। ਸੋ ਜਦੋਂ ਤੁਸੀਂ, ਕਿਉਂਕਿ ਸ਼ੈਤਾਨ ਇਹ ਐਕਚੁਅਲੀ ਲੱਭ ਰਿਹਾ ਕਿ ਜਿਹੜੀ ਅਬਨੋਰਮੈਲਿਟੀ ਆ, ਭਾਵ ਜਿਹੜੀ ਨੋਰਮਲ ਨਹੀਂ ਆ ਚੀਜ਼, ਉਹਨੂੰ ਨੋਰਮਲ ਤੁਹਾਨੂੰ ਮਨਾਉਣ ਦੇ ਵਿੱਚ ਉਹ ਮਨਾ ਲਵੇ, ਕਿਉਂਕਿ ਤੁਹਾਨੂੰ ਜਿਹੜੀ ਅਬਨੋਰਮੈਲਿਟੀ ਆ ਉਹ ਚਾਹੁੰਦਾ ਕਿ ਤੁਸੀਂ ਇਹ ਸੋਚਣਾ ਸ਼ੁਰੂ ਕਰੋ ਕਿ ਨੰਗੀਆਂ ਤਸਵੀਰਾਂ ਨੋਰਮਲ ਆ, ਤੁਸੀਂ ਇਹ ਸੋਚਣਾ ਸ਼ੁਰੂ ਕਰੋ ਕਿ ਗਲਤ ਆਪਣੇ ਵਿਆਹ ਹੁੰਦੇ ਸਾਥ ਦੂਸਰੇ ਲੋਕਾਂ ਨਾਲ ਸੋਹਣਾ ਨੋਰਮਲ ਆ। ਉਹ ਸੋਚਦਾ ਕਿ ਤੁਸੀਂ ਯਕੀਨ ਕਰਨਾ ਸ਼ੁਰੂ ਕਰੋ ਕਿ ਜੇ ਤੁਹਾਡੇ ਕੋਲ ਨਹੀਂ ਹੈਗੇ ਤਾਂ ਕਿਸੇ ਦੀ ਚੋਰੀ ਕਰਕੇ ਖਾਣਾ ਨੋਰਮਲ ਆ, ਜੇ ਤੁਹਾਡੇ ਮਤਲਬ ਕਿਸੇ ਦੀ ਵੀ ਜੌਬ ਖੋਲਣਾ ਨੋਰਮਲ ਆ, ਹਨਾ। ਆਹ ਚੀਜ਼ਾਂ ਤੁਹਾਨੂੰ ਉਹਦੇ ਲਈ ਬਹੁਤ ਹਜ਼ਾਰਾਂ ਕਰੋੜਾਂ ਲੱਖਾਂ ਤੁਹਾਨੂੰ ਉਹ ਬਹਾਨੇ ਦੇ ਦੇਗਾ ਕਿ ਕਿਉਂ ਇਹ ਨੋਰਮਲ ਆ। ਪਰ ਜੇ ਤੁਸੀਂ ਇਹਨਾਂ ਖਿਆਲਾਂ ਨੂੰ ਪਹਿਲਾਂ ਬਿਗਿਨਿੰਗ ਤੋਂ ਹੀ ਤੁਸੀਂ ਉਹਦੇ ਤੇ ਖੁਦਾਵੰਦ ਯਿਸੂ ਮਸੀਹ ਦੇ ਖੂਨ ਦੀ ਕੀਤੀ ਸਪਰੇ, ਹਨਾ, ਤੇ ਬਾਅਦ ਚ ਤੁਸੀਂ ਆਪਣੇ ਆਪ ਨੂੰ ਤੁਸੀਂ ਉੱਥੋਂ ਬਾਹਰ ਕੱਢਿਆ ਤੇ ਫਿਰ ਉਹਨੂੰ ਤੁਹਾਨੂੰ ਛੱਡਣਾ ਪੈ ਜਾਏਗਾ ਨਾ। ਆਹੀ ਟੀਕਾ ਸੀ ਭਾਈ ਜਿਹੜਾ ਮੈਂ ਤੁਹਾਨੂੰ ਕਹਿੰਦੀ ਸੀਗੀ, ਜਿਹੜਾ ਤੁਹਾਨੂੰ ਆਹੀ ਉੱਥੇ ਆ ਰਿਹਾ, ਆਹੀ ਉਹ ਟੂਲ ਲਿਆ ਜਿਹੜਾ ਮੈਂ ਕਹਿੰਦੀ ਸੀਗੀ ਤੁਹਾਨੂੰ ਕਿ ਮੈਂ ਤੁਹਾਨੂੰ ਦਊਂਗੀ ਤੇ ਮੈਂ ਤੁਹਾਨੂੰ ਦੇ ਦਿੱਤਾ ਹੈ, ਹਨਾ। ਪਰ ਇਹਦਾ ਮਤਲਬ ਹਰਗਿਜ਼ ਆ ਨਹੀਂ ਹੈਗਾ ਕਿ ਖੁਦਾ ਮਤਲਬ ਤੁਹਾਨੂੰ ਆਪੇ ਹੀ ਤੁਹਾਡੇ ਲਈ ਫੈਸਲੇ ਕਰੂਗਾ, ਤੁਸੀਂ ਕਰਨੇ ਆ ਫੈਸਲੇ, ਹਨਾ। ਤੁਹਾਨੂੰ ਉਹਨੇ ਰਿਫਿਊਜ਼ ਕਰਨ ਦੀ ਤਾਕਤ ਦਿੱਤੀ ਹੈ। ਜਿੰਨੀ ਮਰਜ਼ੀ ਸੋਹਣੀ ਤੋਂ ਸੋਹਣੀ ਕੁੜੀ ਆ, ਜਿੰਨਾ ਮਰਜ਼ੀ ਸੋਹਣਾ ਤੋਂ ਸੋਹਣਾ ਮੁੰਡਾ ਆ, ਤੁਸੀਂ ਮਤਲਬ ਥੱਪੜ ਮਾਰ ਕੇ ਪਾਰੇ ਜਾਓ, ਤੁਹਾਨੂੰ ਕੀ ਫਾਇਦਾ ਹੈ ਉਹਦੇ ਵਿੱਚੋਂ? ਤੁਸੀਂ ਸਾਰੀ ਦੁਨੀਆ ਕਮਾ ਲਓ, ਆਪਣੀ ਜਾਨ ਗਵਾ ਲਓ, ਕੋਈ ਫਾਇਦਾ ਨਹੀਂ, ਹਨਾ। ਸੋ ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਕਿਸੇ
ਕਿਸੇ ਹਸਬੈਂਡ ਆਪਣੇ ਵਿਆਹੀ ਵਾਰੀ ਕੁੜੀ ਨੂੰ ਜਾਂ ਕੁਆਰੀ ਨੂੰ ਵੀ ਕਿਸੇ ਹੋਰ ਬੰਦੇ ਨਾਲ ਬਿਨਾਂ ਸ਼ਾਦੀ ਤੋਂ ਸੁੱਤੇ ਪਕੜੇ ਜਾਂਦੇ ਸੀ, ਉਹਨੂੰ ਪੱਥਰ ਮਾਰ ਦਿੱਤਾ ਜਾਂਦਾ ਸੀਗਾ। ਕਿਉਂ? ਕਿਉਂਕਿ ਉਹ ਨੌਬਲ ਨਹੀਂ ਭਾਈ। ਪਰ ਉਹਦੀ ਬਜਾਏ ਖੁਦਾਵੰਦ ਯਿਸੂ ਮਸੀਹ ਨੇ ਉਹਨੂੰ ਮਾਫੀ ਦਿੱਤੀ। ਆਪਾਂ ਮੈਰੀ ਮਗਦਲੀਨੀ ਦੀ ਗੱਲ ਕਰਦੇ ਪਏ ਤੇ ਉਹਨੂੰ ਕਿਹਾ ਕਿ ਬੇਟੀ ਮੁੜ ਕੇ ਗੁਨਾਹ ਨਾ ਕਰੀ, ਹਨਾ। ਉਹਨੂੰ ਬਲਕਿ ਚਾਦਰ ਦਿੱਤੀ ਆਪਣੀ, ਹਨਾ, ਆ ਮੁੜ ਕੇ ਨਾ ਗੁਨਾਹ ਕਰੀ। ਮਾਫ ਕੀਤਾ, ਖੁਦਾ ਕਹਿੰਦਾ ਮੈਂ ਮਾਫ ਕਰਦਾ। ਪਰ ਜੇ ਫਰਜ਼ ਕੀਤਾ ਮੈਰੀ ਮਗਦਲੀਨੀ ਮੁੜ ਕੇ ਹਰ ਰੋਜ਼ ਹੀ ਗੁਨਾਹ ਕਰਦੀ, ਫਿਰ ਕੀ? ਫਿਰ ਖੁਦਾਵੰਦ ਯਿਸੂ ਮਸੀਹ ਉਹਨੂੰ ਹਰ ਰੋਜ਼ ਉਹ ਨਹੀਂ ਕਰੀ ਨੂੰ ਮਾਫ ਕਰਨ ਲੱਗੇ ਰਹਿੰਦੇ। ਬਾਕੀ ਜਿਹੜੇ ਲੋਕੀ ਮਰ ਗਏ ਸੀ ਉਹਨਾਂ ਨੂੰ ਨਹੀਂ ਜਿੰਦਾ ਕਰਦੇ, ਉਹਨੇ ਜਿਹੜੇ ਉਹਨਾਂ ਨੂੰ ਨਾ ਅੱਖਾਂ ਦਿੰਦੇ, ਹੋਰ ਲੋਕਾਂ ਨੂੰ ਨਾ ਕਰਦੇ ਏਦਾਂ, ਉਹਨੂੰ ਮੁੜ ਕੇ ਘੜੀ ਮੁੜ ਮਾਫ ਕਰ ਦਿੰਦੇ। ਰੋਜ਼ ਉਹ ਗਲਤੀ ਕਰਕੇ ਉਹਨੂੰ ਲੈ ਕੇ ਆਉਂਦੇ, ਰੋਜ਼ ਨੂੰ ਮਾਫ ਕਰਦੇ। ਜੀ ਨਹੀਂ, ਉਹਨੂੰ ਇੱਕ ਵਾਰੀ ਸਮਝਾਇਆ ਤਾਂ ਸਮਝ ਗਈ, ਐਂਡ ਉਹ ਇੰਨਾ ਚੰਗੀ ਤਰ੍ਹਾਂ ਸਮਝੀ ਕਿ ਜਦੋਂ ਖੁਦਾਵੰਦ ਯਿਸੂ ਮਸੀਹ ਦਾ ਸ਼ਰੀਰ ਕਬਰ ਦੇ ਵਿੱਚ ਉਹਨਾਂ ਨੇ ਲਿਜਾ ਕੇ ਰੱਖਿਆ ਤੇ ਜਦੋਂ ਉੱਥੇ ਪਹਿਰੇਦਾਰ ਮੂਹਰੇ ਖੜੇ ਸੀਗੇ, ਹਨਾ, ਤੇ ਉਹ ਉੱਥੇ ਉਹੀ ਸੀ ਇਕੱਲੀ ਜਿਹੜੀ ਉੱਥੇ ਰੋ ਰਹੀ ਸੀ ਖੜੀ, ਕਹਿੰਦੀ ਸੀ ਮੇਰੇ ਪ੍ਰਭੂ ਦੇ ਜਿਸਮ ਨੂੰ ਕਿੱਥੇ ਲੈ ਗਏ? ਕਿਉਂਕਿ ਉਹਨੇ ਮੁੜ ਕੇ ਗਲਤੀ ਨਹੀਂ ਕਰਨੀ ਸੀ, ਉਹਨੇ ਗਲਤੀ ਨੂੰ ਦਫਨ ਕਰ ਦਿੱਤਾ 6 ਫੁੱਟ ਥੱਲੇ, ਤੇ ਉਹਨੇ ਆਪਣੇ ਆਪ ਨੂੰ ਨਵੀਨਤਾ 'ਚ ਜਨਮ ਲਿਆ। ਐਂਡ ਖੁਦਾਵੰਦ ਯਿਸੂ ਮਸੀਹ ਨੂੰ ਉਹਨੇ ਪੂਰੇ ਤਰੀਕੇ ਨਾਲ ਆਪਣਾ ਕਰਤਾ, ਧਰਤਾ, ਆਪਣਾ ਸਭ ਕੁਝ ਮੰਨ ਲਿਆ, ਪਿਤਾ, ਆਪਣਾ ਭਰਾ, ਆਪਣਾ ਦੋਸਤ, ਆਪਣਾ ਰੱਬ, ਸਭ ਕੁਝ ਮੰਨ ਕੇ ਉਹਨੇ ਆਪਣੇ ਆਪ ਨਾਲ, ਤੇ ਉਹ ਪਹਿਲੀ ਕੁੜੀ ਜਿਹਨੂੰ ਨਜ਼ਰ ਆਏ ਕਿਉਂਕਿ ਉਹਨੇ ਗਲਤੀ ਨੂੰ ਤੌਬਾ ਕੀਤੀ, ਉਹਨੇ ਟੀਕਾ ਲਾਇਆ ਆਪਣੇ ਗਲਤ ਖਿਆਲਾਂ ਦੇ। ਖੁਦਾ ਦੀ ਆ ਜਿਹੜੀ ਚੀਜ਼ ਮੈਂ ਤੁਹਾਨੂੰ ਦੱਸੀ ਆ, ਵਿਰੋਧਤਾ ਦਾ, ਖਿਆਲਾਂ ਦੀ ਵਿਰੋਧਤਾ ਦਾ, ਤੇ ਇਸ ਕਰਕੇ ਤੁਸੀਂ ਕਰ ਸਕਦੇ ਆ, ਕਿਉਂਕਿ ਤੁਸੀਂ ਸ਼ੈਤਾਨ ਨੂੰ ਸ਼ਰਮਿੰਦਾ ਕਰ ਸਕਦੇ ਆ। ਉਹ ਹੋ ਸਕਦਾ ਸ਼ਰਮਿੰਦਾ, ਪਰ ਉਦੋਂ ਹੋਊਗਾ ਜਦੋਂ ਤੁਸੀਂ ਪਹਿਲਾਂ ਵੀ, ਜਦੋਂ ਤੁਸੀਂ ਇਹ ਜਾਣ ਲਓਗੇ ਕਿ ਜਿਹੜੀ ਚੀਜ਼ ਸ਼ੈਤਾਨ ਤੁਹਾਨੂੰ ਦੱਸਣਾ ਚਾਹੁੰਦਾ ਆ ਉਹ ਨੋਰਮਲ ਨਹੀਂ ਆ, ਜਿਹੜੀ ਚੀਜ਼ ਖੁਦਾ ਤੁਹਾਨੂੰ ਦੱਸਣਾ ਚਾਹੁੰਦਾ ਉਹ ਨੋਰਮਲ ਆ। ਇਹਦਾ ਮੈਂ ਫਿਰ ਤੁਹਾਨੂੰ ਕਹਿੰਦੀ ਦਾ ਹਰਗਿਜ਼ ਮਤਲਬ ਇਹ ਨਹੀਂ ਆ ਜੋ ਤੁਸੀਂ ਸੌਵੋਗੇ ਤੇ ਸ਼ੈਤਾਨ ਤੁਹਾਨੂੰ ਗਲਤ ਚੀਜ਼ਾਂ ਨਹੀਂ ਦਿਖਾਊਗਾ, ਤੁਹਾਨੂੰ ਉਹ ਕਈ ਵਾਰੀ, ਪਰ ਤੁਸੀਂ ਜਦੋਂ ਖੁਦਾਵੰਦ ਯਿਸੂ ਮਸੀਹ ਦੇ ਖੂਨ ਦੇ ਵਿੱਚ ਲਪੇਟ ਕੇ ਆਪਣੇ ਆਪ ਨੂੰ ਸੌਂਗੇ ਤਾਂ ਉਹ ਦੌੜ ਜਾਊਗਾ, ਉਹ ਨਹੀਂ ਤੁਹਾਡੇ ਕੋਲ ਟਿਕ ਸਕਦਾ, ਤੁਹਾਡੇ ਸਿਰ ਦੇ ਵਿੱਚ ਨਹੀਂ ਟਿਕ ਸਕਦਾ। ਸੁਬਾਹ ਉੱਠ ਕੇ ਆਪਣੇ ਸਿਰ ਦੇ ਉੱਤੇ ਖੁਦਾਵੰਦ ਯਿਸੂ ਮਸੀਹ ਦਾ ਖੂਨ ਲਾਓਗੇ, ਉਹ ਟਿਕਿਆ ਨਹੀਂ ਰਹਿ ਸਕਦਾ। ਜੇ ਤੁਸੀਂ ਆਪਣੀ ਜ਼ੁਬਾਨ ਉੱਤੇ ਖੁਦਾਵੰਦ ਯਿਸੂ ਮਸੀਹ ਦਾ ਖੂਨ ਮੰਗੋਗੇ ਉਹ ਤੁਹਾਡੇ ਕੋਲ ਨਹੀਂ ਖੜਾ ਹੋ ਸਕਦਾ। ਆਪਣੇ ਦਿਲ ਨੂੰ ਭਰੋਗੇ ਖੁਦਾਵੰਦ ਯਿਸੂ ਮਸੀਹ ਦੇ ਨਾਲ, ਉਹ ਨਹੀਂ ਖੜਾ ਰਹਿ ਸਕਦਾ। ਤੁਹਾਨੂੰ ਸੁਪਨੇ ਵਿੱਚ ਹੋ ਸਕਦਾ ਬਹੁਤ ਕੁਝ ਫਿਰ ਵੀ ਦਿਖਾ ਦੇ ਤੁਸੀਂ ਗਲਤ ਫਲਤ ਲੋਕਾਂ 'ਚ, ਪਰ ਤੁਸੀਂ ਉਸੇ ਵੇਲੇ ਉੱਠ ਕੇ ਕਹੋ ਮੈਂ ਇਹਨਾਂ ਸਾਰੇ ਖਿਆਲਾਂ ਨੂੰ ਕ੍ਰੋਸ ਕਰਦਾ ਆ ਸਾਰਾ ਕੁਝ ਮੇਰਾ ਹੈ ਹੀ ਨਹੀਂ, ਹੈ ਸ਼ੈਤਾਨ ਦਾ। ਆ ਚੁੱਕ ਆਪਣਾ ਟੋਕਰਾ ਤੇ ਦਫਾ ਹੋ। ਤੁਸੀਂ ਕਹਿੰਦਾ ਆਪ ਜਾ ਚੁੱਕ ਆਪਣੇ ਖਿਆਲਾਂ ਦਾ ਟੋਕਰਾ ਤੇ ਭੱਜ ਜਾ, ਮੁੜ ਕੇ ਮੇਰੇ ਕੋਲ ਨਹੀਂ ਆਉਣਾ। ਮੈਨੂੰ ਤੇਰਾ ਆਈ ਹੇਟ ਯੂ, ਮੈਨੂੰ ਤੇਰਾ ਕੋਈ ਮੈਨੂੰ ਆਈ ਡੋਨਟ ਵਾਂਟ ਟੂ ਸੀ ਯੂ। ਮੈਂ ਆਪਣੀ ਅੱਖਾਂ ਬੰਦ ਕਰਦਾ, ਮੈਂ ਤੈਨੂੰ ਦੇਖਣਾ ਹੀ ਨਹੀਂ, ਮੈਂ ਨਹੀਂ ਤੇਰੇ ਨਾਲ, ਆਈ ਹੈਵ ਨਥਿੰਗ ਟੂ ਡੂ ਵਿਦ ਯੂ, ਆਈ ਹੈਵ ਨਥਿੰਗ ਟੂ ਡੂ ਵਿਦ ਯੂ, ਗੈਟ ਲੌਸਟ। ਜੇ ਤੁਸੀਂ ਉਹਨੂੰ ਝਿੜਕੇ ਮਾਰਦੇ ਆ, ਤੁਸੀਂ ਉਹਨੂੰ ਬੋਲ ਕੇ ਕਹਿੰਦੇ ਆ I have everything to do with Lord, I have nothing to do with you, so you have nothing to do with my life, then he will leave you definitely. Okay, so ਆਪਾਂ ਆਗੇ ਹੈਗੇ ਆ ਭਰਪੂਰੀਅਤ ਦੇ ਵਿੱਚ। ਤੁਸੀਂ ਵੀ ਸਾਰਿਆਂ ਨੇ ਇਸੇ ਹੀ ਮਤਲਬ ਸਪਿਰਿਟ ਦੇ ਵਿੱਚ ਸ਼ੈਤਾਨ ਨੂੰ ਭਜਾਉਣਾ ਆ ਤੇ ਤੁਸੀਂ ਖੁਦਾਵੰਦ ਯਿਸੂ ਮਸੀਹ ਨੂੰ ਅਪਣਾਉਣਾ ਆ, ਐਂਡ ਤੁਸੀਂ ਖੁਦਾਵੰਦ ਯਿਸੂ ਮਸੀਹ ਦੀ ਹਜ਼ੂਰ ਦੇ ਵਿੱਚ ਸਾਰੇ ਕੰਮਾਂ ਨੂੰ ਜੋ ਵੀ ਤੁਸੀਂ ਚਾਹੁੰਦੇ ਆ ਉਹ ਕਰਕੇ ਆਪਣੀ ਜ਼ਿੰਦਗੀ 'ਚ ਖੁਦਾ ਪ੍ਰਤੀ ਜਿਹੜਾ ਵੀ ਤੁਸੀਂ ਹੁਣ ਤੱਕ ਤੁਹਾਡਾ ਰੁਕਿਆ ਹੋਇਆ ਰੁਕਾਵਟ ਸੀਗੀ ਜ਼ਿੰਦਗੀ ਦੇ ਵਿੱਚ, ਉਹਨੂੰ ਤੁਸੀਂ ਬਲੌਕੇਜ ਨੂੰ ਤੁਸੀਂ ਕਲੀਅਰ ਕਰਨਾ ਹੈ, ਉਹਨੂੰ ਸਾਫ਼ ਕਰਨਾ ਤੇ ਖੁਦਾ ਨਾਲ ਆਪਣਾ ਰਿਸ਼ਤਾ ਜਿਹੜਾ ਨਾ ਖੂਬਸੂਰਤ, ਅੱਛਾ, ਸ਼ੋਭਾ ਵਾਲਾ, ਤਾਕਤ ਵਾਲਾ ਜਿਹੜਾ ਰਿਸ਼ਤਾ ਆ ਉਹ ਬਣਾਉਣਾ, ਤਾਂ ਕਿ ਫਿਰ ਤੁਸੀਂ ਇਹ ਕਹਿ ਸਕੋ ਮੈਂ ਦੁਲਹਨ ਯਿਸੂ ਦੀ, ਮੈਨੂੰ ਪਿਆਰ ਯਿਸੂ ਦੇ ਨਾਲ, ਪਰ ਚੋਲੀ ਬਰਕਤ ਦੀ ਕਰਾਂ ਪ੍ਰਚਾਰ ਯਿਸੂ ਦੇ ਨਾਲ, ਪ੍ਰਚਾਰ ਯਿਸੂ ਦੇ ਨਾਲ। ਹੱਸਦੇ ਰਹੋ, ਵਸਦੇ ਰਹੋ। ਖੁਦਾਵੰਦ ਯਿਸੂ ਮਸੀਹ ਦੀ ਮਹਿਮਾ, ਖੁਦਾਵੰਦ ਯਿਸੂ ਮਸੀਹ ਦੀ ਹਜ਼ੂਰੀ, ਖੁਦਾਵੰਦ ਯਿਸੂ ਮਸੀਹ ਦੀ ਤੁਹਾਡੇ ਉੱਤੇ ਹਮੇਸ਼ਾ ਕਿਰਪਾ ਦੀ ਨਿਗਾਹ ਹੁੰਦੀ ਰਹੇ, ਤੁਹਾਡੇ ਘਰਾਣੇ ਉੱਤੇ। ਆਮੀਨ। ਜੈ ਮਸੀਹ ਦੀ, ਹਰ ਸ਼ੈ ਮਸੀਹ ਦੀ। ਤੁਸੀਂ ਤੇ ਕੁਲਵਿੰਦਰ ਕਿੰਦਰ, ਮੈਂ ਮਸੀਹ ਦੀ।